ਸੂਹੀ ਮਹਲਾ ਪੰਜਵਾਂ। ਘਰ ਮਹਿ ਠਾਕੁਰ ਨਦਰ ਨਾ ਆਵੈ, ਗਲ ਮਹਿ ਪਾਹਣ ਲੈ ਲਟਕਾਵੈ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਰੋਲੇ ਖਪ ਖਪ ਮਰਤਾ ਰਹਾਉ। ਜਿਸ ਪਾਹਨ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਿਧਾਤਾ। ਗੁਰ ਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਿਧਾਤਾ। ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਰਹਿਮਤ ਦਾ ਸਦਕਾ ਬੜੇ ਹੀ ਅਦਬ ਸਤਿਕਾਰ ਪਿਆਰ ਸਹਿਤ ਕੀਰਤਨ ਰਾਹੀਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਨਾਲ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਨ ਦਾ ਆਪ ਸਾਰੀ ਸੰਗਤ ਯਤਨ ਕਰ ਰਹੇ ਸੀ। ਹਜ਼ੂਰ ਪਿਤਾ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਮੁਬਾਰਕ ਸ਼ਬਦ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਕੀਰਤਨ ਦੇ ਰੂਪ ਵਿੱਚ, ਸਤਿਕਾਰਯੋਗ ਭਾਈ ਸਾਹਿਬ ਜੀ ਨੇ ਉਹ ਸ਼ਬਦ ਆਪ ਜੀ ਨੂੰ ਸ਼ਰਵਣ ਕਰਵਾਇਆ ਹੈ। ਰਾਗ ਸੂਹੀ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਪੰਨਾ 739 ਉੱਤੇ ਇਹ ਸ਼ਬਦ ਸੁਭਾਈਮਾਨ ਹੈ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਭਟਕਣਾ ਵਿੱਚ ਪਏ ਹੋਏ, ਭੁਲੇਖਿਆਂ ਦਾ ਸ਼ਿਕਾਰ ਹੋਏ ਜੀਵ ਨੂੰ ਸੰਬੋਧਨ ਕੀਤਾ ਹੈ ਤੇ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ, ਭਰਮੇ ਭੂਲਾ ਸਾਕਤ ਫਿਰਤਾ। ਸਾਕਤ ਸ਼ਬਦ ਦੇ ਕਈ ਅਰਥ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇਹ ਸ਼ਬਦ ਬੜੀ ਵਾਰ ਵਰਤੋਂ ਵਿੱਚ ਆਇਆ ਹੈ। ਕਈ ਥਾਈਂ ਮਹਾਰਾਜ ਨੇ ਸ਼ਬਦ ਦੀ ਡੈਫੀਨੇਸ਼ਨ ਪਰਿਭਾਸ਼ਾ ਵੀ ਦਿੱਤੀ ਹੈ ਕਿ ਸਾਕਤ ਕੌਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਜੋ ਰੱਬ ਹੈ, ਅਕਾਲ ਪੁਰਖ ਹੈ, ਉਹ ਸੱਚ ਹੈ। ਉਹ ਸੱਚ ਜਿਸ ਨੇ ਇਸ ਕਾਇਨਾਤ ਨੂੰ ਹੋਂਦ
ਹੋਂਦ ਵਿੱਚ ਲਿਆਂਦਾ ਹੈ। ਉਹ ਸੱਚ ਜੋ ਇਸ ਕਾਇਨਾਤ ਵਿੱਚ ਰਮਿਆ ਹੋਇਆ ਹੈ, ਉਹ ਸੱਚ ਜੋ ਹਰੇਕ ਵਕਤ ਇੱਕੋ ਜਿਹਾ ਹੈ, ਜਿਸ ਦਾ ਜ਼ਿਕਰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤਾ ਗਿਆ। ਅਸੀਂ ਇਸ ਗੱਲ ਨੂੰ ਜ਼ਰੂਰੀ ਧਿਆਨ ਵਿੱਚ ਰੱਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੱਬ ਜਿਹੜਾ ਹੈ ਉਹ ਸਮੇਂ ਨਾਲ ਬਦਲਣ ਵਾਲਾ ਨਹੀਂ ਤੇ ਆਕਾਰ ਵਾਲਾ ਨਹੀਂ, ਨਿਰਾਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਐਸੇ ਸੱਚ ਨਾਲੋਂ ਟੁੱਟੇ ਹੋਏ ਤੇ ਵਿਕਾਰਾਂ ਵਿੱਚ ਡਿੱਗੇ ਹੋਏ, ਜਿਸ ਨੂੰ ਪਤਿਤ ਆਖਦੇ ਨੇ, ਡਿੱਗੇ ਹੋਏ ਨੂੰ ਸਾਕਤ ਕਿਹਾ ਗਿਆ। ਬਾਣੀ ਦੇ ਅੰਦਰ ਇਸ ਦੀਆਂ ਬਹੁਤ ਸਾਰੀਆਂ ਪ੍ਰਭਾਸ਼ਾਵਾਂ ਨੇ ਸਾਕਤ ਸ਼ਬਦ ਦੀਆਂ। ਵੈਸੇ ਸਾਕਤ ਸ਼ਾਕਤ ਇੱਕ ਮਤ ਵੀ ਹੈ, ਇੱਕ ਫਿਰਕਾ ਵੀ ਹੈ, ਜਿਹੜਾ 10 ਦੇਵੀਆਂ ਦੀ ਪੂਜਾ ਕਰਨ ਦੇ ਵਿੱਚ ਮਾਹਰ ਮੰਨਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਬੜੇ ਸੁੰਦਰ ਸ਼ਬਦਾਂ 'ਚ ਇਸ ਗੱਲ ਦੀ ਪਰਿਭਾਸ਼ਾ ਦਿੱਤੀ ਗਈ ਹੈ। ਸਾਕਤ ਕੂੜ ਕਪਟ ਮਹਿ ਟੇਕਾ। ਸਾਕਤ ਕੌਣ ਹੈ? ਜਿਸ ਦੀ ਕੂੜ ਦੇ ਵਿੱਚ, ਝੂਠ ਵਿੱਚ ਤੇ ਕਪਟ ਵਿੱਚ ਟੇਕ ਹੈ। ਜਿਸ ਦੀ ਟੇਕ, ਜਿਸ ਦਾ ਆਧਾਰ ਜੀਵਨ ਦਾ ਝੂਠ ਹੈ ਤੇ ਕਪਟ ਹੈ। ਭਾਵ ਅੰਦਰ ਦਾ ਖੋਟ ਰੱਖਣਾ ਜਿਸ ਦਾ ਸੁਭਾਅ ਹੈ, ਤੇ ਝੂਠ ਵਾਲੇ ਪਾਸੇ ਸਦਾ ਹੀ ਤੁਰਦੇ ਰਹਿਣਾ ਤੇ ਲੱਗੇ ਰਹਿਣਾ ਜਿਸ ਦੇ ਜੀਵਨ ਦਾ ਅੰਗ ਬਣਿਆ ਹੋਇਆ। ਐਸੇ ਸੁਭਾਅ ਵਾਲਾ ਜਿਹੜਾ ਜੀਵ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਾਕਤ ਕੂੜ ਕਪਟ ਮਹਿ ਟੇਕਾ, ਅਹਨਿਸ ਨਿੰਦਾ ਕਰੈ ਅਨੇਕਾ। ਤੇ ਦਿਨ ਰਾਤ ਜਿਹੜੇ ਸੱਚ ਨੂੰ ਪ੍ਰਵਾਨ ਕਰਨ ਦੀ ਬਜਾਏ ਉਸ ਨੂੰ ਭੰਡਣ ਉੱਤੇ ਲੱਗੇ ਰਹਿੰਦੇ ਹਨ, ਨਿੰਦਣ ਉੱਤੇ ਲੱਗੇ ਰਹਿੰਦੇ ਹਨ, ਐਸੇ ਜੀਵਨ ਵਾਲਿਆਂ ਨੂੰ ਗੁਰੂ ਪਾਤਸ਼ਾਹ ਜੀ ਸਾਕਤ ਦੀ ਸੰਗਿਆ ਬਾਣੀ ਦੇ ਵਿੱਚ ਦਿੰਦੇ ਨੇ ਕਿ ਇਹ ਸਾਕਤ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤੇਨੇ ਅੰਤਰ ਹਉਮੈ ਕੰਡਾ ਹੈ। ਜਿਨ੍ਹਾਂ ਨੇ ਸੱਚ ਰੂਪ ਅਕਾਲ ਪੁਰਖ ਦਾ ਸਵਾਦ ਆਨੰਦ ਨਹੀਂ ਮਾਣਿਆ, ਉੱਚਾ ਜੀਵਨ ਨਹੀਂ ਬਣਾਇਆ, ਕਿਰਦਾਰ ਸਹਿਜ ਵਾਲਾ ਨਹੀਂ ਬਣਾਇਆ, ਤੇ ਨਾਲ ਹੀ ਮਹਾਰਾਜ ਕਹਿੰਦੇ ਨੇ ਤੇਨੇ ਅੰਤਰ ਹਉਮੈ ਕੰਡਾ ਹੈ। ਅੰਦਰ ਹਉਮੈ ਦਾ ਕੰਡਾ ਸਦਾ ਹੀ ਉਹਨਾਂ ਦੇ ਚੁਭਦਾ ਰਹਿੰਦਾ। ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਉਹ ਆਤਮਕ ਮੌਤ ਦੀ ਚੋਟ ਸਦਾ ਸਹਾਰਦੇ ਰਹਿੰਦੇ ਨੇ। ਜੀਵਨ ਦਾ ਜਿੰਨਾ ਵੀ ਉਹ ਪੈਂਡਾ ਕਰਦੇ ਨੇ, ਹਉਮੈ ਦੀ ਤਕਲੀਫ ਵਿੱਚ ਹੀ ਕਰਦੇ ਨੇ। ਗੁਰੂ ਪਾਤਸ਼ਾਹ ਇਸ ਤਰ੍ਹਾਂ ਸਾਕਤ ਸ਼ਬਦ ਦੀ ਪਰਿਭਾਸ਼ਾ ਬਾਣੀ ਦੇ ਅੰਦਰ ਥਾਂ ਪੁਰ ਥਾਂ ਸਾਡੇ ਨਾਲ ਸਾਂਝੀ ਕਰਦੇ ਨੇ। ਬੜੇ ਐਸੇ ਪ੍ਰਮਾਣ ਹਨ। ਸਾਕਤ ਕੂੜੇ ਸੱਚ ਨਾ ਭਾਵੈ। ਸਾਕਤ ਉਹ ਹੈ ਜਿਹੜਾ ਝੂਠ ਨਾਲ ਜਿਉਂਦਾ ਹੈ ਤੇ ਜਿਸ ਨੂੰ ਸੱਚ ਚੰਗਾ ਨਹੀਂ ਲੱਗਦਾ। ਗੁਰੂ ਮਹਾਰਾਜ ਬਾਣੀ ਦੇ ਵਿੱਚ ਆਖਦੇ ਨੇ ਭਰਮੇ ਭੂਲਾ ਸਾਕਤ ਫਿਰਤਾ। ਐਸਾ ਸੱਚ ਤੋਂ ਖੁੰਝਿਆ ਹੋਇਆ ਜੀਵ ਜਿਹੜਾ ਹੈ ਉਹ ਭੁਲੇਖੇ ਦਾ ਸ਼ਿਕਾਰ, ਭਰਮ ਵਿੱਚ, ਭਟਕਣਾ ਵਿੱਚ ਪਿਆ ਹੋਇਆ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਫਿਰਦਾ ਹੈ। ਭਾਵ ਇਸ ਤਰ੍ਹਾਂ ਹੀ ਉਲਝਿਆ ਰਹਿੰਦਾ ਹੈ। ਨੀਰ ਬਿਰੋਲਾ, ਨੀਰ ਦਾ ਅਰਥ ਹੈ ਪਾਣੀ, ਬਿਰੋਲਾ ਦਾ ਅਰਥ ਹੈ ਰਿੜਕਣਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਇੱਕ ਧਰਮ ਪੁਜਾਰੀ ਨੂੰ ਸੰਬੋਧਨ ਕਰਕੇ ਗੱਲ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਪੰਡਿਤ ਸ਼ਬਦ ਇੱਕ ਵਚਨ ਵਿੱਚ ਵੀ ਵਰਤਿਆ, ਬਹੁ ਵਚਨ ਵਿੱਚ ਵੀ ਵਰਤਿਆ। ਇਹਦਾ ਭਾਵ ਵਿਦਵਾਨ ਵੀ ਹੈ ਤੇ ਇਹਦਾ ਭਾਵ ਪੁਜਾਰੀ ਵੀ ਹੈ। ਜਦੋਂ ਪੰਡਿਤ ਸ਼ਬਦ ਮਹਾਰਾਜ ਵਿਦਵਾਨ ਨੂੰ ਸੰਬੋਧਨ ਕਰਦੇ ਨੇ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿ ਸੁਧ ਹੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਕਿਸੇ ਲਫ਼ਜ਼ ਨੂੰ ਗੁਰੂ ਪਾਤਸ਼ਾਹ ਨੇ ਹਕਾਰਤ ਜਾਂ ਨਫ਼ਰਤ ਦੇ ਅੰਦਾਜ਼ ਤੋਂ ਬਿਆਨ ਨਹੀਂ ਕੀਤਾ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵਡਿਆਈ ਹੈ। ਭਾਵੇਂ ਉਹ ਬ੍ਰਾਹਮਣ ਸ਼ਬਦ ਹੈ, ਸੋ ਉਹ ਬ੍ਰਾਹਮਣ ਹੈ ਜੋ ਬਿੰਦੈ ਬ੍ਰਹਮ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਾ ਰਖੈ ਧਰਮ। ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਖੱਤਰੀ ਦੀ ਗੱਲ ਕੀਤੀ ਹੈ। ਖੱਤਰੀ ਸੋ ਜੋ ਕਰਮਾਂ ਕਾ ਸੂਰ। ਗੁਰੂ ਮਹਾਰਾਜ ਨੇ ਕਿਸੇ ਲਫ਼ਜ਼ ਨੂੰ ਨੀਵਾਂ, ਨਿੰਦਕ ਐਸੇ ਸ਼ਬਦਾਂ ਨਾਲ, ਐਸੀ ਭਾਵਨਾ ਨਾਲ ਬਿਆਨ ਨਹੀਂ ਕੀਤਾ। ਹਾਂ, ਜਿੱਥੇ ਕਰਮ ਕੋਈ ਐਸੇ ਕਰ ਰਿਹਾ ਜਿਹੜੇ ਕਰਮ ਕਿਸੇ ਸੱਚ ਜਾਂ ਧਰਮ ਦੇ ਸੱਚੇ 'ਚ ਫਿੱਟ ਨਹੀਂ ਹੁੰਦੇ, ਜਿਹੜੇ ਕਰਮ ਸੰਸਾਰ ਦੇ, ਮਨੁੱਖਤਾ ਦੇ ਭਲੇ ਹਿੱਤ ਨਹੀਂ ਹਨ,
ਉੱਥੇ ਗੁਰੂ ਮਹਾਰਾਜ ਨੇ ਉਸ ਲਫ਼ਜ਼ ਨੂੰ ਵਰਤ ਕੇ ਭਰਵਾਂ ਖੰਡਨ ਵੀ ਕੀਤਾ। ਹੁਣ ਅਸੀਂ ਜਦੋਂ ਪੰਡਿਤ ਸ਼ਬਦ ਦੀ ਵਿਆਖਿਆ ਵਿਚਾਰ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਦੇ ਹਾਂ, ਕਿਉਂਕਿ ਪੰਡਿਤ ਸ਼ਬਦ ਵਿਦਵਾਨ ਵਾਸਤੇ ਵੀ ਵਰਤਿਆ ਗਿਆ, ਪੰਡਿਤ ਸ਼ਬਦ ਧਰਮ ਪੁਜਾਰੀ ਵਾਸਤੇ ਵੀ ਵਰਤਿਆ। ਜਿਹੜਾ ਵੀ ਬੰਦਾ ਸਨਾਤਨ ਮਤ ਵਿੱਚ ਧਰਮ ਪੁਜਾਰੀ ਹੁੰਦਾ ਹੈ, ਉਸ ਨੂੰ ਪੰਡਿਤ ਜੀ ਕਰਕੇ ਹੀ ਸੰਬੋਧਨ ਕੀਤਾ ਜਾਂਦਾ ਹੈ, ਤੇ ਉਹਦਾ ਵਿਦਵਾਨ ਹੋਣਾ ਪੁਰਾਣੇ ਸਮਿਆਂ 'ਚ ਪਹਿਲੀ ਸ਼ਰਤ, ਕਿਉਂਕਿ ਉਹ ਵੇਦਾਂ ਦਾ ਜਾਣੂ ਹੋਵੇ, ਉਹ ਧਰਮ ਗ੍ਰੰਥਾਂ ਦੀ ਵਿਦਿਆ ਨੂੰ ਜਾਣਦਾ ਹੋਵੇ, ਉਹ ਵੱਖਰੀ ਵਿਦਿਆ ਪੜ੍ਹਨੀ ਲਿਖਣੀ ਤੇ ਪੜ੍ਹਾਉਣੀ ਸਮਝਦਾ ਹੋਵੇ, ਕਿਉਂਕਿ ਵਿਦਿਆ ਪੜ੍ਹਨ ਪੜ੍ਹਾਉਣ ਦਾ ਕੰਮ ਧਰਮ ਪੁਜਾਰੀ ਦਾ ਹੀ ਰਿਹਾ ਸਦੀਆਂ ਤੋਂ। ਇਸ ਕਰਕੇ ਜਿਸ ਕਿਸੇ ਨੇ ਵੀ ਕੋਈ ਗਿਆਨ ਹਾਸਲ ਕਰਨਾ ਹੈ, ਕੋਈ ਭਾਸ਼ਾ ਸਿੱਖਣੀ ਸੀ ਭਾਰਤੀ ਕਲਚਰ ਦੇ ਵਿੱਚ, ਉਸ ਨੂੰ ਵਿਦਵਾਨ ਪੰਡਿਤ ਕੋਲ ਹੀ ਜਾਣਾ ਪੈਂਦਾ ਸੀ। ਤੇ ਇਹ ਵਿਦਵਤਾ ਦੇ ਗੜ੍ਹ ਮੰਨੇ ਜਾਂਦੇ ਸਨ ਭਾਰਤ ਦੇ ਅੰਦਰ। ਕਸ਼ਮੀਰ ਦਾ ਇਲਾਕਾ, ਦੂਸਰਾ ਹੈ ਕਾਂਸ਼ੀ, ਤੀਸਰਾ ਹੈ ਓਮਕਾਰ ਦਾ ਮੰਦਰ ਦੱਖਣ ਦੇ ਵਿੱਚ। ਇਹ ਵਿਦਵਤਾ ਵੰਡਣ ਦੇ ਗੜ੍ਹ ਸਨ। ਲੋਕ ਦੂਰੋਂ ਦੂਰੋਂ ਇੱਥੇ ਕੇਵਲ ਪੜ੍ਹਨ ਵਾਸਤੇ ਆਉਂਦੇ ਸਨ, ਤੇ ਜੋ ਪੜ੍ਹਾਉਣ ਵਾਲੇ ਸ਼ਰਤਾਂ ਵੀ ਉਹਦੀਆਂ ਹੋਣਗੀਆਂ, ਨਿਯਮ ਵੀ ਉਹਦੇ ਹੋਣਗੇ, ਸਿੱਖਿਆ ਦਾ ਢੰਗ ਵੀ ਉਸ ਦਾ ਆਪਣਾ ਹੋਏਗਾ, ਕਿਉਂਕਿ ਡਿਪੈਂਡ ਹੈ ਸਮਾਜ ਪੂਰੀ ਤਰ੍ਹਾਂ ਧਾਰਮਿਕ ਆਗੂ ਤੇ। ਗੁਰੂ ਮਹਾਰਾਜ ਨੇ ਪੰਡਿਤ ਸ਼ਬਦ ਦੋ ਹਰਫਾਂ ਦੇ ਵਿੱਚ ਵਰਤਿਆ, ਦੋ ਅਰਥਾਂ ਦੇ ਵਿੱਚ, ਵਿਦਵਾਨ ਵਾਸਤੇ ਤੇ ਪੁਜਾਰੀ ਵਾਸਤੇ, ਪਰ ਨਾਲ ਡੈਫੀਨੇਸ਼ਨ ਵੀ ਦਿੱਤੀ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹੜਾ ਆਪਣੇ ਮਨ ਨੂੰ ਪ੍ਰਬੁੱਧ ਕਰਦਾ, ਸਿਆਣਾ ਬਣਾਉਂਦਾ ਹੈ, ਆਪਣੇ ਮਨ ਦੀ ਨਾਦਾਨੀ ਨੂੰ ਦੂਰ ਕਰਦਾ ਹੈ, ਆਪਣੇ ਅੰਦਰ ਦੀ ਅਗਿਆਨਤਾ ਨੂੰ ਕੱਢਦਾ ਹੈ, ਉਹ ਅਸਲ ਪੰਡਿਤ ਹੈ। ਸਤਿਗੁਰੂ ਧਰਮ ਪੁਜਾਰੀ ਵੱਲ ਜਿਸ ਵੇਲੇ ਵੇਖਦੇ ਨੇ ਵੀ ਇੰਨੇ ਕਰਮ ਕਾਂਡ ਇਸ ਨੇ ਪ੍ਰਚਲਿਤ ਕਰ ਰੱਖੇ ਨੇ, ਜਿਨ੍ਹਾਂ ਦੀ ਕੋਈ ਜ਼ਰੂਰਤ ਵੀ ਨਹੀਂ ਹੈ ਸੰਸਾਰ ਨੂੰ, ਨਾ ਸਮਾਜ ਨੂੰ, ਨਾ ਸੁਸਾਇਟੀ ਨੂੰ, ਤੇ ਬਹੁਤੇ ਕਰਮ ਕਾਂਡ ਜਿਹੜੇ ਨੇ ਉਹਨੇ ਇਸ ਕਰਕੇ ਫੈਲਾਏ ਨੇ, ਉਹਨਾਂ ਦੀ ਲੋੜ ਨਾ ਲੋਕਾਂ ਨੂੰ ਹੈ ਤੇ ਨਾ ਭਗਵਾਨ ਨੂੰ ਹੈ। ਉਹਨਾਂ ਦੀ ਲੋੜ ਕਿਹਨੂੰ ਹੈ? ਪੁਜਾਰੀ ਨੂੰ, ਖੁਦ ਨੂੰ। ਜਿਹੜੀ ਚੀਜ਼ ਉਸ ਨੂੰ ਚੰਗੀ ਲੱਗੀ, ਉਸਨੇ ਆਖਿਆ ਰੱਬ, ਭਗਵਾਨ, ਸਾਡੇ ਦੇਵਤੇ, ਸਾਡੀਆਂ ਦੇਵੀਆਂ ਇਹ ਚੀਜ਼ਾਂ ਦੀ ਮੰਗ ਕਰਦੇ ਨੇ, ਇਸ ਤੋਂ ਬਿਨਾਂ ਉਹ ਖੁਸ਼ ਨਹੀਂ ਹੁੰਦੇ। ਲੋੜ ਆਪਣੀ ਸੀ, ਨਾਮ ਉਸਨੇ ਭਗਵਾਨ ਦਾ ਵਰਤੋਂ ਵਿੱਚ ਲਿਆਂਦਾ। ਉਹਦੇ ਕਰਮ ਕਾਂਡਾਂ ਦਾ ਜਾਲ, ਕਿਉਂਕਿ ਬੰਦੇ ਦੀ ਹਵਸ, ਬੰਦੇ ਦੇ ਅੰਦਰ ਦਾ ਲੋਭ, ਇਹਦੀ ਕੋਈ ਸੀਮਾ ਨਹੀਂ, ਕੋਈ ਹੱਦ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਦੀ ਤ੍ਰਿਸ਼ਨਾ ਦੀ ਕੋਈ ਹੱਦਬੰਦੀ ਨਹੀਂ। ਇਸ ਕਰਕੇ ਕਰਮ ਕਾਂਡ ਵੀ ਵੱਧਦੇ ਹੀ ਗਏ, ਕਿਉਂਕਿ ਸਾਰੇ ਹਵਸ ਵਿੱਚੋਂ ਪੈਦਾ ਹੋਏ ਸਨ, ਸਾਰੇ ਲੋਭ ਵਿੱਚੋਂ ਪੈਦਾ ਹੋਏ ਸਨ, ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਘੜੇ ਗਏ ਸਨ। ਜਿਉਂ-ਜਿਉਂ ਸਵਾਰਥ ਵੱਧਦੇ ਗਏ, ਤਿਉਂ-ਤਿਉਂ ਕਰਮ ਕਾਂਡਾਂ ਦਾ ਜਾਲ ਵੀ ਵੱਡਾ ਹੁੰਦਾ ਗਿਆ। ਗੁਰੂ ਮਹਾਰਾਜ ਨੇ ਇਸ ਤਰ੍ਹਾਂ ਸੰਬੋਧਨ ਕਰਦਿਆਂ ਵੀ ਬਹੁਤੇ ਕਰਮ, ਜਿਵੇਂ ਇੱਕ ਉਦਾਹਰਣ ਦੇ ਰਿਹਾ ਹਾਂ, ਮੰਨ ਲਵੋ ਪੁਜਾਰੀ ਆਪ ਨਸ਼ੇੜੀ ਹੈ, ਨਸ਼ਾ ਕਰਦਾ ਹੈ। ਉਸਨੇ ਹੁਣ ਇਹ ਗੱਲ ਆਪਣੇ ਉਸ ਸਿਰ ਲੈਣ ਦੇ ਬਜਾਏ ਵੀ ਮੇਰੇ 'ਚ ਕਮੀ ਹੈ, ਮੈਂ ਨਸ਼ਾ ਕਰਦਾ ਹਾਂ, ਉਸਨੇ ਕਿਹਾ ਨਹੀਂ, ਆਪਾਂ ਇਸ ਚੀਜ਼ ਦਾ ਭੋਗ ਵੀ ਭਗਵਾਨ ਨੂੰ ਲਵਾਉਣਾ ਹੈ, ਕਿਉਂਕਿ ਭਗਵਾਨ ਇਸ ਨਾਲ ਪ੍ਰਸੰਨ ਹੁੰਦਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਧਰਮ ਦਾ ਨਸ਼ੇ ਨਾਲ ਕੀ ਸੰਬੰਧ ਹੈ। ਧਰਮ ਕਹਿੰਦਾ ਉੱਚੇ ਸੁੱਚੇ ਜੀਵਨ ਨੂੰ ਜੀਵੋ। ਨਸ਼ਾ ਮਨੁੱਖ ਨੂੰ ਇਖਲਾਕੀ ਤੌਰ ਤੇ ਵੀ ਸੁੱਟਦਾ ਹੈ, ਸਮਾਜਿਕ ਤੌਰ ਤੇ ਵੀ ਨੀਵਿਆਂ ਕਰਦਾ ਹੈ, ਫਿਜ਼ੀਕਲੀ ਮਾਨਸਿਕ ਤੌਰ ਤੇ ਵੀ ਨੀਵਿਆਂ ਕਰਦਾ ਹੈ। ਨਸ਼ਾ ਤਾਂ ਮਨੁੱਖ ਦੇ ਸਰੀਰ ਦੀ ਕੋਈ ਲੋੜ ਨਹੀਂ ਹੈ, ਜ਼ਰੂਰਤ ਨਹੀਂ ਹੈ ਜੀਵਨ ਦੀ, ਨਾ ਧਰਮ ਇਸ ਨੂੰ ਪ੍ਰਵਾਨ ਨਹੀਂ ਕਰੇਗਾ, ਪਰ ਪੁਜਾਰੀ ਨੇ ਇਸ ਨੂੰ ਪ੍ਰਵਾਨਗੀ ਦਿਵਾ ਦਿੱਤੀ। ਜਾਨੀ ਕਿ ਪੁਜਾਰੀ ਆਪ ਨਸ਼ੇੜੀ ਸੀ, ਜਾਂ ਇਉਂ ਕਹਿ ਲਓ ਜਿਹੜੇ ਉਹਦੇ ਸਿਰ ਤੇ ਬੈਠੇ ਹੋਏ ਪ੍ਰਬੰਧਕ ਕਿਸਮ ਦੇ ਰਾਜਨੇਤਾ ਸਨ, ਉਹ ਉਹੋ ਜਿਹੇ ਸਨ। ਉਸਨੇ ਆਖਿਆ ਜੀ ਭਗਵਾਨ ਨੂੰ ਆਪਾਂ ਇਹ ਚੀਜ਼ ਦਾ ਭੰਗ ਦਾ ਭੋਗ ਲਵਾਵਾਂਗੇ, ਸ਼ਰਾਬ ਦਾ ਭੋਗ ਲਵਾਵਾਂਗੇ। ਇਹ ਇਸ ਤਰ੍ਹਾਂ ਦੇ ਭਰਮ ਉਸਨੇ ਘੜ ਕੇ ਬੜੇ ਲੁਕਵੇਂ ਢੰਗ ਦੇ ਨਾਲ ਇਸ ਚੀਜ਼ ਨੂੰ ਧਰਮ ਦੀ ਮੋਹਰ ਦੇ ਕੇ ਮਾਨਤਾ ਦੇ ਦਿੱਤੀ, ਯਾਨੀ ਕਿ ਉਹ ਮਾਨਤਾ ਪ੍ਰਾਪਤ ਹੋ ਗਿਆ। ਹੁਣ ਪੁਜਾਰੀ ਵੀ ਉਹਨੂੰ ਖੁੱਲ੍ਹੇਆਮ ਪੀ ਸਕਦਾ ਤੇ ਭਗਤ ਵੀ ਉਸ ਨੂੰ ਪੀ ਸਕਦਾ, ਕਿਉਂਕਿ ਭਗਵਾਨ ਪੀਂਦਾ, ਨਾਮ ਭਗਵਾਨ ਦਾ ਵਰਤੋਂ ਚ ਆ ਗਿਆ ਨਾ। ਯਾਨੀ ਕਿ ਆਪਣੇ ਜਿਹੜੇ ਸਵਾਰਥ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਧਰਮ ਦੀ ਮੋਹਰ ਜ਼ਰੂਰੀ ਸੀ, ਭਗਵਾਨ ਦਾ ਨਾਮ ਜ਼ਰੂਰੀ। ਜੇ ਭਗਵਾਨ ਉਸ ਨੂੰ ਅਸੈਪਟ ਕਰਦਾ ਹੈ ਤਾਂ ਭਗਤ ਤੇ ਪੁਜਾਰੀ ਉਸ ਨੂੰ ਆਪਣੇ ਆਪ ਅਸੈਪਟ ਕਰ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਪੁਜਾਰੀ ਤੇ ਉਹ ਭਗਤ ਬੁਰਾ ਨਹੀਂ ਮੰਨਿਆ ਜਾਏਗਾ ਜਿਹੜਾ ਨਸ਼ਾ ਕਰੇਗਾ। ਕਿਉਂ? ਕਿਉਂਕਿ ਭਗਵਾਨ ਨੂੰ ਭੋਗ ਲੱਗਾ, ਉਹ ਪ੍ਰਸ਼ਾਦ ਹੋ ਗਿਆ। ਉਹੀ ਚੀਜ਼ ਬਾਹਰ ਕੋਈ ਪੀ ਰਿਹਾ ਤੇ ਉਹ ਨਸ਼ਾ ਹੈ, ਉਹੀ ਚੀਜ਼ ਉੱਥੇ ਕੋਈ ਸੇਵਨ ਕਰ ਰਿਹਾ ਤੇ ਉਹ ਪ੍ਰਸ਼ਾਦ ਹੈ। ਲੋਕ ਕਹਿਣਗੇ ਅਸੀਂ ਨਸ਼ਾ ਥੋੜੀ ਕੀਤਾ, ਪ੍ਰਸ਼ਾਦ ਨੂੰ ਤੁਸੀਂ ਨਸ਼ਾ ਕਹਿੰਦੇ ਹੋ।
हुण है तां चीज़ इक्को ही, पर उहदे उत्ते धर्म दा लिबास चढ़ा दिता गया बड़ी चतुराई दे नाल। जदों असीं इस पासे वल समझण दी कोशिश करते हैं ना, गुरु ग्रंथ साहब दे विच भगत नामदेव साहब दा एक शब्द है जिस विच उन्हां जिक्र कीता है, आसदान, गाजदान, सेजा नारी भूमदान, ऐसो दान नित नितह कीजै, आत्म जो निर्मायल कीजै, आप बराबर कंचन दीजै, राम नाम सर तऊ न पूजै। वो केड़ा गुनाह सी जिहड़ा पुजारी दी वधी होई हवस दे कारण धर्म दे नां ते नहीं कीता गया। औरतां तक दे शोषण होए, हर गुनाह, हर उपद्र, हर पाप बड़े लुकमे ढंग दे नाल धर्म दे लिबास थल्ले कर लिया गया, पर लोगों ने उन्होंने एक्सेप्ट कर लिया क्योंकि धर्म प्रति श्रद्धा सी, अंध विश्वास सी, ये सोझी नहीं सी भी धर्म की है। ये भुलेखे का शिकार जिहड़ी जनता है वो उस तरह ही सिर सुट के तुरदी रही जिवें हवस का पुजारी कहता रहा। गुरु महाराज धन गुरु ग्रंथ साहब सच्चे पातशाह की बाणी च गुरु नानक महाराज कहते हैं, ऐसे पुजारी नूं संबोधन हुंदे हैं, कहते हैं कि तू जिहड़े कर्म कर रहे हैं ते करवा रहे हैं इहदे चों तू धर्म कढेगा, नहीं निकल सकता। फर्क केवल इन्ना है, तू एक अथॉरिटी बन के ना, एक अथॉरिटी बन के हर गुनाह के उत्ते धर्म की मोहर लाई जा रहे हैं, यानी कि खुल दे रहे हैं तू धर्म के नां के उत्ते भी तुसी बदकारी भी कर लो, धर्म के नां ते कर लो तो ठीक है, नशा भी कर लो धर्म के नां ते कर लो तो ठीक है, झूठ बोल लो धर्म के नां ते बोल लो तो ठीक है। यानी कि हर चीज नूं लुकवे ढंग नाल तेरी हमायत मिल रही है। इहदे विचों ना तो मनुख का कोई चंगा किरदार निकलण वाला है ते इन्हां सारे कामां चों ना संसार का कोई भला निकलण वाला है। लोग उत्थे ही खलोते रहणगे, सगों उदों भी ज्यादा विगड़ जाणगे, बेअमनी पैदा होएगी, नीवा किरदार इस सारे कुछ दे विचों निकलेगा। गुरु महाराज के कहण दे अंदाज वखरे वखरे ने। उत्थे हजूर ने ऐसे सारे कामां नूं की आख्या, पानी रिड़कना। हुण पानी दे विच कोई मधानी पा के उसनूं रिड़के जिन्ना मर्जी जोर नाल जिन्ना मर्जी लंबा समा ला के रिड़कदा रहे, उहदे चों कढेगा की? कुछ भी नहीं। तो ऐसे सारे काम जिहड़े हो रहे हैं जिन्हां दी मनशा ही माड़ी है, जिन्हां दे पिछे खड़ा ही स्वार्थ ते हवस है, जिन्हां दे पिछे खड़ी ही शरारत है, वो धर्म दे नां ते भी कर ले जाण बहुत जोर शोर नाल, उहदे चों निकलेगा की? कोई फायदे वाली चीज तां निकल नहीं लगी। गुरु महाराज कहते ने, पंडित दही विलोईए भाई, विचों निकले तत्व। हे भाई, जे आपां दही नूं रिड़कीए तो उस विचों तां मक्खण निकलदा है, पर जल मथीए, जल देखीए भाई, ये जग इहा वत। जे पानी नूं रिड़कीए तो उस विचों पानी ही निकलेगा। संसार कुछ इस तरह ही कर रहा। कबीर साहब जी ने भी इस गल का जिक्र अपनी बाणी च कीता, ऐसो अचरज देखियो कबीर, दद कै भोलै बिरोलै नीर। दही दे भुलेखे च लोग पानी ही रिड़की जा रहे हैं, तो कुछ नहीं निकलेगा इस विचों। ये सारे कर्म ना तो कोई भगत पैदा कर सकते हैं, ना गुरमुख पैदा कर सकते हैं, ना कोई सुचज्जे इंसान की घाट घट सकते हैं। हाँ, इन्ना कर सकते हैं भी हौमे नूं थोड़ी जी ताकत दे सकते हैं, भी बंदा पहलों नहीं कुछ करता, हुण थोड़े धर्म कर्म कर लै ते उहदे अंदर एक हौमे जरूर आ जाती है भी मैं इन्ना काम करने वाला, तुसीं मैनूं किवें समझा सकते हो? जिवें हुण मैं अपनी उदाहरण दियां, मैनू कोई भली गल भी आखे ना, भली गल भी, जे मैं अपने जीवन के विहार नूं बदलिया नहीं धर्म नाल जुड़ के, मेरी गलती वाल वेख के कोई आखे भाई साहब तुहानूं इवें नहीं करना चाहिए, तो मैं खुद के उहदे गल पै जावांगा। मैं की आखांगा, तुसीं ज्यादा सियाणे हो, मैनूं 20 साल हो गए बाणी पढ़दिआं, मैं मूर्ख हाँ। हुण उहदा कहण दा भाव इह तां नहीं कि मैं मूर्ख हाँ, तां मैनूं अवेयर कर रहा, सुचेत कर रहा भी भाई आ तेरे च मैनूं प्रॉब्लम नजर आई है, जे तुसीं थोड़ा जिहा ठीक कर लो। उहने तां भला काम कीता ना मैनूं दस के, पर क्योंकि मैं अपने जीवन नूं बदलिया नहीं, ना मैं बदलना चाहुंदा हाँ, इस करके मैं जिन्ने भी काम कीते उन्हां दा फायदा मैनूं की होया भी हौमै वध गई मेरी। पाठ करके हौमै वध गई, धर्म कमा के हौमै वध गई, पूजा अर्चना करके हौमै वध गई। ਉਹ ਹੁਣ मैं सर्टिफिकेट बना लिया भी तुसी मैनू गलत होने की बजाय भी गलत नहीं कह सकते, क्योंकि मेरे को सर्टिफिकेट है, मैं इन्ना कुछ धर्म के नां ते कीता। इनू गुरु साहब बाणी दे विच आखदे ने, अधिक अहम बुद्ध बांधे
होर हौमे की बुद्धि वध गई है, यानी कि हौमे वध गई है, जीवन नहीं बदलिया। सतगुरु सच्चे पातशाह मानसिक अवस्थावां का जिक्र करते हैं। इस करके एक पक्ष होर समझिए कि जिन्ने बंदा कर्मकांड करी जाएगा ना उन्नी हौमे वधदी जाएगी। कर्मकांड की निशानी ही यह है, बंदे च खिज वधदी है, बंदे च हौमे का पसारा ज्यादा हुंदा है, मनुख जिहड़ा उन्ना ही तंग दिल हुंदा जांदा है जिन्ने कर्मकांड करदा जांदा। कर्मकांड का मतलब ही यह है, लोक विखावे दे वहम वस भरम वस कीते हुए कर्म, वो सारे दे सारे कर्मकांड हैं ते पानी रिड़कण समान ने। हुण बंदा आखेगा मैं इन्नी मेहनत कर रहा, तुसीं ज्यादा सियाणे हो, रिड़क रहा है पानी, पर जिहड़ा उहनूं कहेगा ना तू पानी च मधानी पाईए, वो बुरा बनेगा। एक गुरु नानक महाराज के जीवन विचों यह गल साफ समझण वाली है कि गुरु नानक महाराज ने ना सब तो वधेरे धार्मिक अस्थानां ते तीर्थां दे उत्ते जाके लोकां नूं समझाया। ये बड़ी विचित्र गल है उन्हां दे जीवन विच। जदों आपां उन्हां दा जीवन पढ़दे हां तां गुरु नानक साहब धर्म अस्थानां ते जांदे ने, तीर्थां ते जांदे ने, वख-वख धर्मां दे नाल संबंधित थावां ते पहराविਆਂ ते धार्मिक आगूआं, धार्मिक श्रद्धालुआं नूं मिलदे ने। हजूर महाराज सच्चे पातशाह के जीवन का यह पक्ष पढ़ के मन च हैरानी जी होंदी है कि गुरु महाराज तो चले ने सच का सुनेहा देण वास्ते, ते जेड़े लोग पहला ही तीर्थ उत्ते जा रहे हैं उन्होंने समझाउण दी की लोड़ है। जेड़े लोग पहला ही धर्म अस्थानां ते हाजरी भर रहे हैं उन्होंने दसण दी की लोड़ है। गुरु नानक महाराज ने अपना बहुता समा जिंदगी का उन्हां थावां ते धर्म प्रचार करदिआं क्यों ला दिता। हुण आपां ही कह लई भी मक्के जाण दी की लोड़ सी, उत्थे तां पहले ही लोग यात्रा करन जा रहे हैं, वो तां धार्मिक ने। जाना ते उन्हां कोल चाहीदा सी जेड़े मक्के नहीं जा रहे, जेड़े पहले ही कांशी जा रहे हैं उन्हां कोल जाण दी की लोड़ सी। जेड़े नहीं सन जा रहे, जिन्हां च इहो जी शरधा घट है जां नहीं है, उन्हां कोल जाना चाहीदा सी। गुरु नानक महाराज ने थावां क्यों चुनियां, बड़ा वड्डा प्रश्न है। वो सन्यासियों नाल गल करते हैं, त्यागियों नाल गल करते हैं, जोगियों नाल गल करते हैं। गुरु महाराज ने इस तरह क्यों किया? वो तो पहले ही धार्मिक ने बंदे, उन्हां कोल जाना चाहिए जिहड़े धार्मिक नहीं हैं। हुण ये बड़ी वड्डी अहम गल है गुरु नानक महाराज के जीवन विचों। मैं कई बार विचारदा हाँ, इतिहास नूं पढ़न ते सुनन दा मतलब ये नहीं है भी उसनूं केवल मनोरंजन का साधन बनाया जाए। इतिहास हुंदा है भी साडे पुरखियां ने, बजुर्गां ने जीवन किवें जीवे ते उहदे विच की खूबियां ने, की गल्लां भरियां ने, उसनूं असीं समझ सकीए अपने जीवन विच। गल उल्टी हो रही है। अज इतिहास का मतलब असीं ये कढ लिया भी उहदे चों सिखना, सिखाउणा ते समझना, समझाउणा कुछ नहीं। मन पसंदीदा कुछ साकियां जिहां हुण जिहड़ियां कन्नां नूं चंगीआं लगण, इस तरह अल्प लैला दे किस्सिआं वांग एक कहानी जी दिमाग विच घूमदी रहे, थोड़ा मनोरंजन हो जाए तो असीं कहने जी बड़ा सोहना इतिहास सुनाया, उहदे चों पाया की है, कढिया की है। क्योंकि साडी बिरती इहो जी बन गई ना, इस करके असीं सुनाउण वालिआं भी ये ट्रेंड अपना लिया कि जिन्नी क तुसीं अलहदा जी कहानी बना के ना जिहो जी वापरी ना होवे इस धरती दे उत्ते उहो जी सुनाओ, क्योंकि लोग इहो जी कहानी ही सुनना चाहुंदे ने। तो कई ऐसियां मन घड़त कहानियां गुरु पातशाहां दे नाम दे नाल जोड़ के आद कथनियां जिहियां गल्लां करके असीं अपना ते दूजिआं दा समां इसे तरह ही खराब करते रहांगे, जिन्ना चिर असीं इतिहास तो सिੱਖਿਆ लैण वाले पासे नहीं तुरदे। अज साडे विवाद जिहड़े ने ना, मैं कई बार सोचदा कोई झगड़ा साडा इस गल उत्ते नहीं है कि असीं गुरु पातशाह की सोच की है, विचार की है, उपदेश की है। निगुणियां गल्लां दे उत्ते साडे फसाद ने, ते ओह किहड़ियां भी जे मैं तुहाडा सही मनोरंजन ना कर सकिया, जिहदी तसल्ली ना होई, वह झगड़ा खड़ा करेगा। फर्क केवल इन्ना, यानी कि कहानी जिहड़ा सब तो वधिया लिंब पोत के सुना देवे वो पास है, वो पास है, भावें मन घड़ती होवे, गुरु पातशाह की बाणी नाल मेल ना खांदी होवे। अज इत्थे खलोती है कहानी। सतगुरु सच्चे पातशाह के जीवन चो ये पक्ष समझिए क्यों। गुरु महाराज खुद धर्मी ने, धर्म नूं जीण वाले ने। उन्होंने महसूस किया भी इन्नी दुनिया जिहड़ी धर्म के नां ते काम कर रही है, इन्हां नूं धार्मिक पुजारियां ने बहुतियां ने गुमराह किया होया। जे इन्हां नूं समझ आ जाए भी धर्म
ਉੱਚੇ ਸੁੱਚੇ ਕਿਰਦਾਰ ਤੇ ਰੱਬੀ ਗੁਣਾਂ ਨੂੰ ਕਹਿੰਦੇ ਨੇ, ਰੱਬੀ ਨਿਯਮ ਨੂੰ ਕਹਿੰਦੇ ਨੇ। ਜੇ ਇਹਨਾਂ ਨੂੰ ਸਮਝ ਆ ਜਾਏ ਵੀ ਇਹ ਧਰਮ ਘਰ ਬੈਠਿਆਂ ਵੀ ਕਮਾਇਆ ਜਾ ਸਕਦਾ ਹੈ, ਜੇ ਇਹਨਾਂ ਨੂੰ ਸਮਝ ਆ ਜਾਏ ਵੀ ਧਰਮ ਦਾ ਲੋਭ ਸਵਾਰਥ ਨਾਲ ਕੋਈ ਸੰਬੰਧ ਨਹੀਂ, ਜੇ ਇਹਨਾਂ ਨੂੰ ਸਮਝ ਆ ਜਾਏ ਕਿ ਰੱਬ ਇਹਨਾਂ ਦੀਆਂ ਭੇਟਾਵਾਂ ਤੇ ਨਹੀਂ ਪਲਦਾ, ਜੇ ਇਹਨਾਂ ਨੂੰ ਸਮਝ ਆ ਜਾਏ ਇਸ ਗੱਲ ਦੀ ਵੀ ਤੁਹਾਡੇ ਪੜ੍ਹੇ ਹੋਏ ਮੰਤਰਾਂ ਨੇ ਕੋਈ ਅਲੌਕਿਕ ਕਰਾਮਾਤ ਨਹੀਂ ਕਰਨੀ, ਜੇ ਤੁਹਾਡਾ ਜੀਵਨ ਨਹੀਂ ਬਦਲਿਆ ਤਾਂ ਸਮਝੋ ਕੁਝ ਨਹੀਂ ਹੋਇਆ। ਜੇ ਮਨੁੱਖ ਸਹੀ ਅਰਥਾਂ 'ਚ ਮਨੁੱਖ ਬਣਨ ਵਾਸਤੇ ਕੋਸ਼ਿਸ਼ ਨਹੀਂ ਕਰ ਰਿਹਾ ਤਾਂ ਸਭ ਵਿਅਰਥ ਹੈ। ਇਹ ਸੰਸਾਰ ਦਾ ਚਿਹਰਾ ਮੋਹਰਾ ਹੀ ਬਦਲ ਜਾਏਗਾ, ਸਮਾਜ ਬਦਲ ਜਾਏਗਾ। ਪਰ ਐਸਾ ਧਰਮ ਪੁਜਾਰੀ ਲੋਕਾਂ ਨੂੰ ਸਮਝ ਨਹੀਂ ਆਉਣ ਦੇਵੇਗਾ। ਸ਼ਰਧਾ ਦੇ ਨਾਮ ਦੇ ਉੱਤੇ, ਵਿਸ਼ਵਾਸ ਦੇ ਨਾਮ ਦੇ ਉੱਤੇ ਉਹ ਲੋਕਾਂ ਦੇ ਨਾਲ ਦਗਾ ਕਮਾਉਂਦਾ ਰਹੇਗਾ। ਗੱਲ ਤਾਂ ਇਹ ਕਹੇਗਾ ਵੀ ਵਿਸ਼ਵਾਸ ਰੱਖੋ ਤੇ ਪ੍ਰਚਾਰ ਕਰੇਗਾ ਅੰਧ ਵਿਸ਼ਵਾਸ ਦਾ। ਗੱਲ ਕਹੇਗਾ ਸ਼ਰਧਾ ਦੀ ਪਰ ਡੋਜ਼ ਦੇਵੇਗਾ ਅੰਧ ਸ਼ਰਧਾ ਦੀ। ਫਰਕ ਕੇਵਲ ਇੰਨਾ ਹੈ, ਗੱਲ ਰੱਬ ਦੀ ਕਰੇਗਾ, ਜੋੜੇਗਾ ਆਪਣੇ ਨਾਲ। ਇਹ ਜਿਹੜੀਆਂ ਵਿੱਚ ਪ੍ਰੋਬਲਮ ਖੜੀਆਂ ਨੇ ਨਾ, ਆਮ ਜਨ ਸਧਾਰਨ ਬੰਦੇ ਨੂੰ ਇਹਨਾਂ ਦੀ ਸਮਝ ਬਹੁਤ ਘੱਟ ਆਉਂਦੀ ਸੀ। ਗੁਰੂ ਮਹਾਰਾਜ ਨੇ ਇਸੇ ਕਰਕੇ ਉਹਨਾਂ ਥਾਵਾਂ ਨੂੰ ਹੀ ਚੁਣਿਆ ਕਿ ਸ਼ਾਇਦ ਇੱਥੋਂ ਜੇ ਫਰਕ ਪੈ ਜਾਏ ਨਾ ਤੇ ਸਾਰੀ ਦੁਨੀਆ 'ਚ ਫਰਕ ਪੈ ਜਾਏ। ਜੇ ਧਰਮ ਦਾ ਅਸਲ ਰੂਪ ਮਨੁੱਖ ਦੇ ਸਾਹਮਣੇ ਆ ਜਾਏ ਤੇ ਜੇ ਉਸ ਨੂੰ ਮਨੁੱਖ ਜੀਣਾ ਸ਼ੁਰੂ ਕਰ ਦੇਵੇ ਤਾਂ ਸੰਸਾਰ ਤੇ ਸਮਾਜ ਬੜੀ ਛੇਤੀ ਤਬਦੀਲ ਹੋ ਸਕਦਾ ਹੈ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਸੋਚ ਹੈ, ਇਹ ਵਿਚਾਰ ਹੈ। ਇਸ ਕਰਕੇ ਹੀ ਉਹਨਾਂ ਨੇ ਇੱਕ ਸਿੱਖਿਆ ਸ਼ਾਲ ਬਣਾਈ, ਜਿਸ ਨੂੰ ਆਪਾਂ ਗੁਰਦੁਆਰਾ ਕਹਿੰਦੇ ਹਾਂ। ਧਰਮਸ਼ਾਲ ਦਾ ਨਾਮ ਇਸ ਦਾ ਪਹਿਲਾ ਨਾਂ ਇਸ ਦਾ ਧਰਮਸ਼ਾਲ ਰੱਖਿਆ। ਧਰਮ ਦੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ, ਧਰਮ ਦੀ ਸਿੱਖਿਆ ਲੈਣ ਦਾ ਸਕੂਲ ਵਿਦਿਆਲਾ, ਧਰਮ ਬਾਰੇ ਚਰਚਾ ਕਰਨ ਵਾਲੀ ਥਾਂ, ਧਰਮ ਪ੍ਰਤੀ ਸੰਵੇਦਨਸ਼ੀਲ ਹੋਣ ਵਾਲੀ ਥਾਂ, ਧਰਮ ਪ੍ਰਤੀ ਸੁਚੇਤ ਹੋਣ ਵਾਲੀ ਥਾਂ। ਪਰ ਅਫਸੋਸ ਹੈ, ਖਿਮਾ ਕਰਨਾ, ਅਸੀਂ ਵੀ ਇਹਨਾਂ ਨੂੰ ਮੰਦਰ ਬਣਾ ਕੇ ਹੀ ਸਾਹ ਲੈਣਾ। ਕੋਸ਼ਿਸ਼ ਸਾਡੀ ਵੀ ਇਹੋ ਹੀ ਹੈ, ਖਿਮਾ ਕਰਿਓ। ਬਹੁਤੀ ਥਾਈਂ ਨਮਸਕਾਰ ਕਰ ਲਓ, ਬਹੁਤ ਕੁਝ ਇਸ ਤਰ੍ਹਾਂ ਦੇ ਕਰਮ ਕਾਂਡ ਕਰ ਲਓ, ਅਸੀਂ ਸਮਝ ਲਿਆ ਗੁਰੂ ਖੁਸ਼ ਹੋ ਗਿਆ। ਨਹੀਂ, ਗੁਰੂ ਦਾ ਮਕਸਦ ਇਹ ਥਾਵਾਂ ਬਣਾਉਣ ਦਾ ਕੁਝ ਹੋਰ ਹੈ। ਧਰਮ ਨੂੰ ਪ੍ਰਚਾਰਨਾ, ਧਰਮ ਦੀ ਸਚਾਈ ਨੂੰ ਲੋਕਾਂ ਦੇ ਜੀਵਨ ਵਿੱਚ ਟਿਕਾਉਣਾ ਤੇ ਉਸ ਬਾਰੇ ਚਰਚਾ ਚਲਾਉਣੀ, ਤਾਂ ਕਿ ਆਲੇ ਦੁਆਲੇ ਦਾ ਜਿਹੜਾ ਭਰਮ, ਜਿਹੜਾ ਅੰਧ ਵਿਸ਼ਵਾਸ ਧਰਮ ਦੇ ਨਾਂ ਤੇ ਫੈਲਿਆ, ਉਹ ਹਨੇਰਾ ਘਟੇ। ਇਹ ਹੁਣ ਅਸੀਂ ਸੋਚਣਾ ਕਿ ਅਸੀਂ ਉਹ ਹਨੇਰਾ ਘਟਾ ਰਹੇ ਹਾਂ ਕਿ ਉਸ ਨੂੰ ਵਧਾਉਣ ਦੇ ਵਿੱਚ ਯੋਗਦਾਨ ਪਾ ਰਹੇ ਹਾਂ। ਸਾਡੀ ਦਿਸ਼ਾ ਬਦਲ ਗਈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜੋ ਜ਼ਿਕਰ ਕਰਦੇ ਨੇ, ਪੰਡਿਤ ਦਹੀਂ ਵਿਲੋਈਐ ਭਾਈ, ਵਿੱਚੋਂ ਨਿਕਲੇ ਤੱਤ ਜਲ ਮਤੀਐ, ਜਲ ਦੇਖੀਐ ਭਾਈ, ਇਹ ਜਗ ਇਹ ਹਵਤ। ਪਾਣੀ ਰਿੜਕਿਆ ਜਾ ਰਿਹਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੀਰ ਬਿਲੋਲਾ, ਪਾਣੀ ਨੂੰ ਰਿੜਕ ਰਿਹਾ ਹੈ, ਖੱਪ ਖੱਪ ਉਲਝ ਉਲਝ ਕੇ। ਖਪਣ ਦਾ ਅਰਥ ਹੁੰਦਾ ਉਲਝੀ ਜਾਣਾ। ਉੱਥੇ ਕੀ ਉਲਝੀ ਜਾਣਾ? ਦੁਖੀ ਹੋਈ ਜਾਣਾ, ਵਾਧੂ ਵਿਅਰਥ ਦੀ ਮਿਹਨਤ ਕਰੀ ਜਾਣੀ। ਮਰਦਾ ਆਤਮਕ ਮੌਤ ਤੇ ਮਰ ਰਿਹਾ ਹੈ, ਖਪ ਰਿਹਾ ਹੈ, ਦੁਖੀ ਹੋ ਰਿਹਾ ਹੈ, ਉਲਝ ਰਿਹਾ ਹੈ। ਇਹ ਬਚਨ ਸਤਿਗੁਰਾਂ ਨੇ ਇਸ ਸ਼ਬਦ ਵਿੱਚ ਕਿਸ ਪ੍ਰਥਾਏ ਆਖੇ ਨੇ? ਹੁਣ ਆਪਾਂ ਇਹਦਾ ਭਾਵ ਸਮਝਣਾ ਹੈ। ਇਹ ਸ਼ਬਦ ਆਖੇ ਨੇ ਇੱਕ ਸੱਚ ਰੂਪ ਜੋ ਸਰਵ ਵਿਆਪਕ ਅਕਾਲ ਪੁਰਖ ਹੈ, ਉਹਦੀ ਸੱਤਾ ਨੂੰ ਮਹਿਸੂਸ ਨਾ ਕਰਕੇ ਕੇਵਲ ਇੱਕ ਥਾਂ ਪਰਮਾਤਮਾ ਦੀ ਹੋਂਦ ਨੂੰ ਮੂਰਤੀ ਜਾਂ ਪ੍ਰਤਮਾ ਦੇ ਰੂਪ ਵਿੱਚ ਮੰਨ ਕੇ ਸਾਰੀ ਜ਼ਿੰਦਗੀ ਉਹਦੇ ਅੱਗੇ ਮੱਥੇ ਤੇ ਨੱਕ ਰਗੜਦੇ ਰਹਿਣਾ, ਇਸ ਭਰਮ ਵਿੱਚ ਜਿਹੜਾ ਮਨੁੱਖ ਭੁੱਲਿਆ ਹੋਇਆ, ਉਸ ਦੀ ਗੱਲ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਇਹ ਬੰਦਾ ਪਾਣੀ ਰਿੜਕ ਰਿਹਾ ਹੈ। ਰੱਬ ਦੇ ਬਚਨ ਵਿੱਚ ਆਖਿਆ, ਘਰ ਮਹਿ ਠਾਕੁਰ ਨਦਰ ਨਾ ਆਵੇ। ਘਰ ਮਤਲਬ ਹਿਰਦਾ। ਮਨੁੱਖ ਦੇ ਆਪਣੇ ਆਪ ਵਿੱਚ, ਆਪਣੇ ਅੰਦਰ ਅਕਾਲ ਪੁਰਖ ਦੀ ਸੱਤਾ ਜੋਤ ਵਿਆਪਕ ਹੈ, ਉਹ ਇਹਨੂੰ ਨਜ਼ਰ ਨਹੀਂ ਆਉਂਦੀ। ਉਹਦੇ ਬਾਰੇ ਇਹ ਅਵੇਸਲਾ ਹੈ, ਉਸ ਵੱਲ ਧਿਆਨ ਨਹੀਂ ਜਾਂਦਾ। ਪਰ ਗਲ ਮੈਂ ਪਾਹਣ ਲੈ ਲਟਕਾਵੇ। ਭਾਰਤ ਵਿੱਚ ਐਸੇ ਫਿਰਕੇ ਵੀ ਸਨ ਜਿਹੜੇ ਨਿੱਕਾ ਜਿਹਾ ਸਾਲਗ੍ਰਾਮ ਪੱਥਰ ਬਣਾ ਕੇ ਉਹ ਆਪਣੇ ਗਲ 'ਚ ਬੰਨ੍ਹ ਲੈਂਦੇ ਸਨ ਤੇ ਆਖਦੇ ਸਨ ਇਹਦੇ ਨਾਲ ਸਾਨੂੰ ਰੱਬ ਸਦਾ ਹੀ ਯਾਦ ਆਉਂਦਾ, ਸਦਾ ਰੱਬ ਯਾਦ ਰਹੇ, ਰੱਬ ਸਾਡੇ ਨੇੜੇ, ਭਗਵਾਨ ਸਾਡਾ ਸਾਡੇ ਨੇੜੇ ਹੈ। ਯਾਨੀ ਕਿ ਉਹਨਾਂ ਨੇ ਮੰਨ ਲਿਆ ਵੀ ਇਹਨਾਂ ਕਿ ਜਿਹੜਾ ਪੱਥਰ ਹੈ ਨਾ, ਸਾਲਗ੍ਰਾਮ, ਇਹ ਭਗਵਾਨ ਹੈ। ਉਹਦੀ ਬੇਅਦਬੀ ਨਹੀਂ ਹੋਣੀ ਚਾਹੀਦੀ, ਉਹਦੀ ਸੰਭਾਲ ਰੱਖਣੀ ਹੈ। ਕੋਈ ਵੀ ਗੱਲ ਹੋਈ ਉਸ ਨੂੰ ਇਸ ਤਰ੍ਹਾਂ ਮੱਥੇ ਨਾਲ ਲਾ ਲੈਣਾ, ਬਾਕੀ ਸਾਰਿਆਂ ਨਾਲ ਭਾਵੇਂ ਧੱਕਾ ਕਰੀ ਚਲੋ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਭਗਵਾਨ ਉਹ ਹੈ ਨਾ ਜਿਹੜਾ ਗਲ 'ਚ ਪਿਆ।
बाकी जिन्नी दुनिया है वो तो सब एवं ही ने। भगवान उन्ना की है जिन्हों असी मेथ लिया है। गौर करना, जदों असी मेथ लिया ना भी रब एहो ही है, बाकियां का ध्यान तुसी नहीं रख सकोगे, खत्म है कहानी। क्योंकि सारा जोर, सारी एनर्जी केवल उसे जगह के उत्ते लग जानी है। यदी बेअदबी नहीं होनी चाहिए। बाकी भावें लोगों का खून पी लवो, भावें बेईमानी कर लवो, धक्का कर लवो, सब चलता है। यानी कि एक जगह के उत्ते तंग दिली आ गई, सीमित हो गया मनुख। धन गुरु ग्रंथ साहिब महाराज की पवित्र बाणी विच बुत परस्ती नूं, यानी कि बुत बना के उहदा रब जो निराकार है उसनूं आकार के रूप में लिया के पूजना जां मनना जां नीयत कर लेना, मिथ लेना, इस विचार नूं सतगुरु की बाणी ने कतई प्रमाण नहीं किया। बड़े प्रमाण ने गुरु ग्रंथ साहिब की बाणी, जिवें भगत नामदेव साहब एक जगह कहते हैं कि ईकै पाथर कीजै भाओ, दूजै पाथर धरिए पाऊं, जे ओ दिओ तां ओ भी देवा, कह नाम दिओ हम हर की सेवा। कहते एक पत्थर वो है जिहदे उत्ते तू पैर रखदा है, दूजा वो है जिन्हों तू मत्था टेकदा है। जे पत्थर ही देवता है तो यह भी देवता है जिहदे उत्ते तू पैर रखे। क्यों रखिया? जे ओ दिओ तां ओ पी देवा, कह नाम दिओ हम हर की सेवा। फिर इस तो अगे एक ये दलील आई, लॉजिक आया कि नहीं जी, ये पत्थर साधारण पत्थर है, वो पत्थर भगवान है, क्योंकि उसकी प्रतिमा घड़ी गई ਉਹਦੇ ਵਿੱਚੋਂ। पर किसने घड़ी? किसने? मनुख ने। मनुख ने उसनों घड़िया। जदों असीं इस्लाम का इतिहास पढ़ते हैं ना, जिहड़ा मक्का शरीफ की जिहड़ी नमाज पढ़न वाली, यानी कि जिहड़ा उन्हां दा धार्मिक केंद्र है मक्का, उत्थे जिहड़ा काबा शरीफ है। जिवें साडा अमृतसर शहर है, तो अमृतसर दे विच सानू कोई पुछे तुसीं कित्थे जाना है, तो असीं आखांगे असीं दरबार साहब जाना है। दरबार साहब की है? साडा केंद्री धर्म स्थान है। मक्का शहर का नाम है, मक्के दे विच काबा शरीफ है। वो काबा इस्लाम का धार्मिक केंद्र है। हजरत मुहम्मद साहब के वड्डे वडेरे उस जगह के उत्ते पुजारी हुंदे सन। ते प्रोफैसर साहब सिंह जी ने जिक्र किया कि 360 मूर्तियां सन उहदे विच, जिहड़ियां हजरत साहब ने अपने हथी तोड़ियां ते भन्नियां और उत्थे नमाज अदा करके गल कही, अज तो यह बुत खाना नहीं, ये खुदा दा घर है। भाव इत्थे तुसीं रब नूं याद करिया करो, बुतां दी पूजा ना करिया करो। उन्होंने इस जंजाल चों मनुख नूं कढना चाहया। क्यों? क्योंकि जे 360 मूर्तियां ने तो किसी इके दियां ही नहीं, वख 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 घाड़तां दियां बणियां होईयां। कोई किसी का पुजारी है, कोई किसी का पुजारी है। यानी कि एक मंदिर विच जाण वाले ही एक दे पुजारी नहीं हैं। एक मंदिर च जाण वाले ही अपने अपने भगवान नूं मल के बैठे ने। वो कहंदा मीर है, वो कहंदा वो मीर है। एक जगह ते बैठण वाले ही उन्हां दा रब एक नहीं है। उन्हां दी सोच एक किवें हो सकदी है? ये वंडी, ये मनुख दे ईमान च दुखेड़ हजरत साहब ने महसूस किया कि जिन्ना चिर इस रोग नूं बंदे दे अंदरों नहीं ना कढ़िया जांदा, इहनूं ये नहीं दस्सिया जांदा भी खुदा एक है, वो ला मकान ते ला शरीक है, उहदे वर्गा होर कोई नहीं, ते वो किसी एक जगह ते नहीं रहिंदा, उन्हां चिर इन्हां लोकां नूं इकट्ठियां करना बहुत औखा काम है। नहीं हो सकणगे। उन्हां दी सोच बड़ी अगे सी। उन्होंने सुनिया देण दी कोशिश की थी भी ये भगवान नहीं हैं जिहड़े तुसीं बनाए ने, भगवान वो जिन्हें सृष्टि नूं बनाया। खुदा ला मकान है, ला शरीक, उहदे वर्गा होर कोई नहीं है। ते जिहड़ा इन्हां दी पूजा करदा है वो मुशरिक है, भाव खुदा दे शरीक पैदा करदा है। इस नूं ना हराम करार दिता कि यह हराम है, मनाही है, गलत है, टोटली गलत। जिहड़ी चीज की मनाही होवे इस्लाम च उहनूं हराम कहंदे ने। हजरत मूसा के बाबत बड़ी प्यारी गाथा आउंदी है इतिहास विच। उन्हां दे भी वड्डे वडेरे परिवार के जिहड़े मैंबर सन वो बुत बन तराशिया करते सन। ते उन्होंने जदों इस गल का सच का ज्ञान होया, वो कहण लगे भी ये तो गलत गल है। परिवार के मैंबरां ने उन्होंने आखना चुप रहे, अपना व्यापार का काम है, जे आपां ही ये गल्लां करांगे तो किवें चलेगी कहानी। ये बुत अपने वेखदे ने, असीं बनाउंदे हां, कारीगर हां, जे आपां ही कहण लग पए भी ये बुत खुदा नहीं है तो लोग तो इहनूं खरीदणगे नहीं। तो कोई दुकानदार अपनी चीज वास्ते बुरा कहिंदा भी ये चीज चंगी नहीं है? वो कहण लग्या नहीं, व्यापार तो होर भी हो सकते हैं, पर खुदा दे नां ते व्यापार वो भी गलत ढंग नाल, ये तां जायज़ नहीं।
और जिहड़ी सल्तनत सी, राजाशाही सी, वो भी बुत परस्त सी। हजरत मूसा नूं एक दिन घर दे उन्हें बड़ा कहना भी ये नहीं बोलते, ये कोई गल नहीं सुनते, कोई हरकत नहीं करते, ये तुहाडा की सवारनगे। उन्हें कहना कमलियां गल्लां करदे, ये गल्लां करन वालियां ने, अशरदक गल्लां ने। खैर एक दिन घर वालियां ने उन्होंने घर रहन वास्ते हदायत की भी तुसीं अज घर का ध्यान रखना। खुले जै दलान विच जिथे मूर्तियां पईयां सन, ढेर सारियां बणियां, हजरत मूसा ने अपने हाथ विच वड्डा सारा कुहाड़ा फड़िया, किसे दी लत भन्नी, किसे दी बांह भन्नी, यानी कि सारियां भन्न तोड़ करके एक वड्डे सारे बुत दे मोढे उत्ते इस तरह कुहाड़ा रख दिता, जिहदे नाल बाकी मूर्तियां भन्नियां सन। परिवार वाले आए, उन्हां दीयां चीकां निकल गईयां भी साडी मेहनत बर्बाद कीती पई है। ते शक तां उन्हां नूं सी भी ये मूसा तो बिना होर किसे दा काम नहीं हो सकदा, क्योंकि ये ही नहीं मनदा ते अज घर भी इहो ही सी। उन्हें आख्या क्यों कीता है सारा कुछ? कहने लगे मैं ते नहीं कीता। फिर तू नहीं कीता ते किन्ने कीता? कहने लगा उन्हें कीता, उस सामने वड्डा बुत वेखदे हो, वो किवें कर सकदा है? कहने लगा तुहाडे सामने उहदे मोढे दे उत्ते अजे भी वो औजार पिया है, उहदे हत्थ विच उहने फड़िया होया है, ते लड़ पए सन। वो वड्डा तकड़ा निकलिया, उन्हें बाकी सारियां नूं भन्न सुट्टिया। ये नहीं हो सकता, ये तो पत्थर है, ये तो बोलता नहीं, तो चलता नहीं। कहने लगा इहो ही तो गल मैं तुहानूं दसनी चाहुंदा भी ये नहीं बोलता, ये नहीं चलता, ये कुछ नहीं कर सकता। ये उन्हां दा ढंग सी। और रिस्क वेखो किड्डा वड्डा सी, बहुत वड्डा रिस्क अपनी जान उत्ते लैके उन्होंने ये, यानी कि उन्हां दा भाव ये सी कि बंदा अपने हथी किसी घड़ी हुई चीज नूं भगवान ते रब ना मन्ने, बल्कि उस शक्ति नूं, वो ताकत नूं जो सारे जीवां दे अंदर है, उन्हों मनुख पहचाने, उस नाल जुड़े। भगत कबीर साहब जी अपने शब्द विच बड़े प्यारे बचन कहंदे ने। कोई मालन जिहड़ी है वो फुल तोड़दी है, पत्ते तोड़दी है भेटा करन वास्ते। वो कहंदे ने पाती तोरै मालिनी, पाती पाती जियो। जिहड़ी हर एक पत्ती खिड़ी हुई है ना, उहदे विच जिंद है, वो हरी भरी रस नाल सुगंध नाल भरपूर है। एक दरखत दे उत्ते, एक टहनी दे उत्ते, बूटे दे उत्ते लगे हुए फुल जिहड़े ने किड्डे सोहणे लगदे ने, कुदरत नूं समर्पण ने। भाई वीर सिंह जी ने बड़ी प्यारी एक गल लिखी सी, कहण लगे डाली नालों तोड़ ना सानू, असां हट महक दी लाई, लख गाहक जे सूंघे आके खाली एक ना जाई, जे तू एक तोड़ के लै गयो एक जोगा रह जासा, ये भी पलक झलकदा मेला रूप महक नस जाई। यानी कि बड़ी प्यारी गल है। वो कहने लगे भी तोड़न वाले नूं फुल ये गल आखदा है, ढंग है कहण दा भी मैनू तोड़ना, तू तोड़ के लै जाएगा, दो पलां दी खेड, ना मेरा रूप रहना ना महक रहनी, इत्थे लगा रहण दे, हज़ारां लोग भी सूंघी जाणगे, मैं हज़ारां नूं संतुष्ट कर सकदा, मैनू बर्बाद करके तैनू की लभेगा? तो भी उस चीज वास्ते तथा कथित जगह के उत्ते जाके तू मैनू भेटा कर देंगा, की फायदा? तैनू की मिलिया इहदे विचों? मेरा सुहापण, मेरा खेड़ा खो के तू पाउणा की चाहुंदा है? तैनू मैं चंगा नहीं लगता इस टाणी के उत्ते खिड़िया होया? सतगुरु जी कहते ने पाती तोरै मालिनी, पाती पाती जियो, जिस पाहन को पाती तोरै सो पाहन निर्जियो। जिते जाके उन्हें भेटा करना है उत्ते निर्जिंद है, उन्हें तो सुगंधी नहीं होनी। ते वो जिहड़ी जिंदवान चीज है उसनूं तोड़ दिता निर्जिंद चीज दी खातिर। जिस पाहन को पाती तोरै सो पाहन निर्जियो, भूली मालनी है एयों सतगुर जागता है। ब्रह्म पाती विष्ण डारी फूल शंकर देओ, तीन देव प्रतख तोरै करें किसकी स्यो। अगे आखते ने पाखाण गढ़ कै मूरत कीनी। हुण जदों कबीर साहब ये गल कहिंदे सन, और कहिंदे भी काशी दे विच सन, जिहड़ा गढ़ है धर्म विद्या का, जिहदा मैं पहलों जिक्र किया है, जदों उन्होंने ये गल आखी कि नहीं ये बुत परस्ती की जरूरत नहीं है, हालांकि उदों भावें इस्लामी सल्तनत भारत दे विच स्थापित सी, कबीर साहब जी की इस गल जिस वेले उन्होंने प्रचार आरंभ किया उहदे विच भी बड़ियां मुश्किलां सन। उन्होंने कहा तू पापी है, गुनाह की सजा मिलेगी, तू दुरकारिया जाएगा। बंदा डर दिंदे ने ना, हर बंदा दूसरे नूं डर दिंदा। उन्हां दी दलील बड़ी
कीमती है। वो कहते ने भी दसो, मैनू तो तुसी आखदे हो भी सजा मिलेगी, गुनाह मिले, क्यों? मैं केवल जबानों कह रहा भी ये भगवान नहीं भाई, तुसी रब नाल जुड़ो, सच नाल जुड़ो। मैनू तुसी डर दिंदे हो, कई तरह दी सजावां दा भय दिंदे हो, पर एक गल तां दसो, जिस बंदे ने इनू घड़िया सब तो पहला बेअदबी उन्हें की नहीं? उन्हें तो सेवा की। असी कहांगे ना उन्हें तो सेवा की, इनू घड़िया, उन्हें बेअदबी कदों की? कहण लगे उन्हें सब तो पहला जदों इहदा मूंह बनाउणा सी, इहदा बाकी घाड़त करनी, उन्हें इहदी छाती ते पैर रख के हथौड़ियां दे नाल, छैणियां दे नाल ते सट्टां मारी। तुसीं दसो उन्हें बेअदबी की कि नहीं की? मैं ते गल ही कीती है। वो तो इहदी छाती ते पैर रख के बैठा सी इहनूं घड़दिया होया। पाखान गढ़ के मूर्त की नहीं, पत्थर नूं घड़ के उहदे चों मूर्ति पैदा कर लई, दे के छाती पाओ, जे ये मूर्त सच्ची है तो गढ़नहारे खाओ। जे सच्ची वाकई तुहाडे मुताबक ये कुछ करन दी समर्था रखदी है तो कबीर दी दवारी तो बहुत मगरों आउणी है। मैं तो केवल गल ही की है, कोई हथी तो बेअदबी नहीं की ना। सब तो पहला उन्होंने फड़े जिहदे दी छाती ते पैर रखिया ते दी बेअदबी की। इस पत्थर नूं सट्टां मारियां, भन्निया ते तोड़िया, इहदे चों मूर्ति प्रतिमा पैदा की। गुनाहगार ते वो है, मैं नहीं हाँ। करें किसकी सेवा? फिर किहदी सेवा की जाए? जदों बिल्कुल कुदरत का विनाश करके बंदा कुदरत विचों उस करते नूं नहीं जान रहा, अपनी कल्पना दे विचों। और एक होर मैं बेनती कर दिया, जिवें कबीर साहब ने आख्या ना, भात पहत अर लापसी करकरा का सार, भोगन हारै भोगै इस मूरत कै मुख छार। कि भोग लवाए कई चीजां दे लिया के, हुण खाधा ते पुजारी ने, खाधा ते पुजारी ने, नाम हो गया भी भगवान ने भोग लगा, भगवान ने छकिया। खाधा किने जी? पुजारी ने खाधा, भगवान ने नहीं खाधा। ये भगवान खाण वाला नहीं सी, खाधा आप है पुजारी ने। ना यह है भी भगवान नूं भेटा कीता है, भगवान ने इसनूं भोग लाया है, भगवान ने इसनूं खा लिया है। सतगुरु सच्चे पातशाह इस भरम का खंडन करते ने बाणी दे अंदर। पर जदों असीं इस पासे वल गुरु ग्रंथ साहब दे विच जो शब्द आउंदे ने, जिवें भगत रविदास जी ने अपने शब्द विच जिक्र कीता है कि कई चीज़ां लिया के बंदा भेटा करके कहंदा है भगवान लई हन, रब लई हन, रब इन्हां नूं खाएगा, रब इन्हां चीज़ां नूं भोगेगा, रब इन्हां चीज़ां दा आनंद लवेगा। उत्थे भगत जी ने बड़ा प्यारा नुकता दिता, कहण लगे जिथे हन ना भगवान उथे भी है। जिथे चीज़ां पहलां पईयां सन उत्थे भी भगवान है। तू ये बहाना ना कढ, भगवान तू सीधा क्यों नहीं कहंदा मैं अपने लिए कर रहा? इन्नी वड्डी बेईमानी करन दी लोड़ की है रब दे नां दे उत्ते? तो बलियां दिंदे सन लोग भगवान दे नां दे उत्ते। उथे भी बाणी दे विच महान पुरखा ने बचन आख्या कि साईं मुझस्यों लर परिया तुझे किन फरमाई गाए। मसला तो यह सी कि दूजिਆਂ ਨੂੰ ਚੜਾਉਣ ਲਈ ਉਹਨਾਂ ਦੇ ਸਾਹਮਣੇ ਗਾਂ ਹਲਾਲ ਕੀਤੀ ਜਾਂਦੀ ਸੀ ਤੇ ਕਹਿਣਾ ਇਹ ਵੀ ਖੁਦਾ ਨੂੰ ਕੁਰਬਾਨੀ ਦੇ ਰਹੇ ਵੀ ਖੁਦਾ ਦੀ ਖੁਸ਼ੀ ਵਾਸਤੇ। ਉਹਨਾਂ ਕਿਹਾ ਵੀ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਚੜਾਉਣ ਲਈ ਕਰ ਰਹੇ ਆ? नाम खुदा दा मतलब खुदा नूं कुर्बानी दी जा रही है। जोर किया सो जुल्म है, ले जवाब खुदाए। उत्थे गल बिल्कुल होर सी। सवाल अज वेखो असीं इन्हां पंक्तियां नूं अपने वाद विवाद लई वरतना शुरू कर दिता है, पर कहानी उत्थे ये सी कि खुदा नूं इन्हां बलियां नाल कोई मतलब नहीं, खुदा नूं ये चीज़ां नहीं भेटा हो सकदियां। उत्थे ये भी गल आ कि जी बधो सो सर धर्म कर थापो, अधर्म कहो कत भाई, आपस को मुनवर कर तापो, काको कहो कसाई। वो काम जदों कसाई करता है तो तुसीं उहनूं धर्म स्थान दे उत्ते उन्हां कपड़ियां दे नाल आउण भी नहीं देंदे। नहीं नहीं तेरे कपड़े साफ नहीं, तू कसाई है, तू नहा के आ, तू इशनान कर, तू बाहर खलो। असीं किन्नियां उहदे लई पाबंदियां आयद करदे हां। ਉਹੋ ही चीज़ां जदों धर्म स्थान ते रब दे नां ते जिबा कीतियां जाण, कतल कीतियां जाण ते ਉਹ भगती हो जाती है। वो भगती हो गई भी नहीं जी ये तो रब वास्ते है, ये तो भगवान वास्ते है, ये तो अकाल पुरख वास्ते है। जिवें साडे सज्जण करते ने ना, चमड़े की बैल्ट का रौला पा लैणगे, बकरा गुरुद्वारे च वड्ड लैणगे। हुण अंदाजा ला के वेखो, काको कहो कसाई, जानी कि ये दोहरा जीवन क्यों है। एक बंदे नाल तुसीं नफरत कर रहे हो ते अपनी मन मर्जी के कर्म करके उन्हां नूं धर्म कह रहे हो। ये दो तरह दी गल्लां क्यों? गल उत्थे ये सी कि तुसीं सिद्धा ईमानदारी नाल क्यों नहीं कहिंदे भी ये साडी खुराक है ते असीं खाना चाहुंदे हां। तुसीं रब नूं विच क्यों रखदे हो? रब ते धर्म नूं विच लिया के उहदी आड़ विच काम करना बेईमानी है।
ये तो सब तो वड्डी बेईमानी, सब तो वड्डा गुनाह ते पाप है। जानी कि करना तुसी चाहुंदे हो, पर नाम धर्म दा, भगवान दा ते रब दा विच वरतों विच लिआंदा जाएगा तां कि परदा हो जाए, ओला हो जाए, असी लोकां सामने नशर ना हो सकीए। कोई चीज प्रसाद बन गई जिहड़ी बाहर अलाउ नहीं सी कीती जा रही दूसरिਆਂ ਨੂੰ। गुरु ग्रंथ साहब सच्चे पातशाह महाराज की पवित्र बाणी सानू जिस वेले ये गल सिखाउंदी है ना भी निर्मल कर्म करो, उच्चा जीवन जियो, साफ सुथरे रहो, भाव उहदा यह है भी मन च मैल ना रख, तेरे अंदर सादगी ते स्पष्टता होवे, तू वण छल रखदा, कपट रखदा। ये कपट दीयां गल्लां ने सारियां जिन्नियां तू करदा ते जे जिन्हां अंतर कपट विकार है तिन्हां रोए क्या कीजे। हर करता सब किश जानदा, सिर रोग हथ दीजे। सतगुरु महाराज सच्चे पातशाह कहते ने ये सारे कर्म तू करे, गल में पाहण लै लटकावै, गल विच तू भगवान ठाकुर सालग्राम बन लिया है। इहदा दूजा भावार्थ विद्वान ये भी करते हैं कि तू केवल एक पत्थर ही रब बना के गल च बद्धा होया, भाव इनू ही मुख रखे, बाकी तेरे वास्ते कोई मुख नहीं है। भरमे भूला साकत फिरता, नीर बरोलै खप खप मरता, जिस पाहुण को ठाकुर कहता। जिस मामूली पत्थर तू भगवान कहता है, वैसे मैं एक बेनती करते हैं, एक कलावान बंदियां दी कला हो सकती, उसनू देखा जा सकता, पर इनू रब दा नाम नहीं दिता जाता। गुरमत इस गल उत्ते सहमत है। बड़े कलावान मनुख ने संसार दे अंदर, इन्नियां सुंदर तस्वीरां बनाउंदे ने, लोग वेखण वास्ते जांदे, मनाई थोड़ा कोई। ऐसे कलावान मनुख हैं संसार दे अंदर, बड़े सुंदर बुत तराशते हैं, लोग वेखण वास्ते वड्डे वड्डे म्यूजियम जिहड़े ने इस चीज लई बने, टिकट खर्च के वेखण वास्ते जांदे। कला है, हुनर है, पर उस वो कल्पना नाल घड़ी हुई चीज नूं तुसीं आखो कि असीं रब बनाया, असीं भगवान पैदा कर लिया, असीं अकाल पुरख दा रूप घड़ लिया है। गुरु बाणी कहंदी वो तां निराकार है, उहदा तुसीं रूप किवें घड़ सकदे हो। ते जे तुसीं फिर सारी कुदरत विचों केवल एक पत्थर ही क्यों चुनिया, एक पत्थर ही क्यों चुनिया, बाकी किन्नियां धातां किन्ना कुछ संसार च मौजूद है, वो भगवान क्यों नहीं हो सकता, केवल पत्थर ही भगवान क्यों हो सकता है। पर गुरु के प्यार वाले सोचना, असीं कई बार कहते हाँ इहदे नाल शरधा नूं चोट वजदी है, नहीं, गुरु पातशाह तां साडी शरधा दा लैवल उच्चा करना चाहुंदे ने। जिहड़ी केवल अंध विश्वास उत्ते टिकी हुई है ना शरधा, वो शरधा सच उत्ते टिक जाए तां परिवर्तन होएगा। जिन शरधा राम नाम लगी तिन दूजे चित न लाया राम, उहदा लैवल उच्चा करना चाहुंदे ने गुरु पातशाह। पर सतगुरु की पावन बाणी तां जिथे बाकी लोगों को सुचेत कर रही सी, सिख दा कर्म सी उस बाणी तो सेध प्राप्त करना, असीं भी उसे वैण विच बह गए। बुत परस्ती दा खैड़ा असीं भी मुढ़ले रूप च नहीं छड्ड सके, खिमा करना। उस तमाम गल्लां ते चीज़ां असीं जड़ियां ने वो अपने विहड़े दे विच थोड़ा जिहा पालिश करके उन्हां नूं अपनी मर्यादा दा अंग बना के अपने जिवें वो पुजारी चतुराई कर रहा सी ना, असीं उहदे नालों एक दो कदम अगे जाके चतुराई की। असीं कहा नहीं नहीं, ये साडी मर्यादा है। तो चीज उही सी, बाहर फट्टा दूसरा लग गया। असी जो कर रहे हो मर्यादा है, पंडित जी जो कर रहे हैं वो गलत है। तो जिहड़ी बाणी दे विचों असी पंडित जी के प्रति शब्द, हुण तुसीं वेखो कबीर साहब जी ने शब्द किया कि ये इकल्ला मंदिर च जाण वालियां नूं सुणाउण वास्ते है, इहदे चों सिख नूं कोई मैसेज नहीं मिल रहा, इहदे चों असी कुछ नहीं सीखना। जो गल जोगी नूं कहीए कि उहदे नाल सिख दा कोई ताल्लुक नहीं, जिहड़ी गल काजी नूं कहीए कि सिख वास्ते वो मननी जरूरी नहीं। गुरु ग्रंथ साहब महाराज तां कहंदे ने प्रथाएं साखी महापुरख बोलदे सांझी सगल जहान है। जे उहनूं किहा गया है कि बुत परस्ती चों तू सच नहीं पा सकदा, असीं पा लवांगे, साडे लई खुल है, ऑप्शन है सानूं कि जे तू सिख बन जाए, मेरी गिनती वधा दें मेरे पैरोकारां दी, तेरे लिए खुल है भी तू पा सकदा है। कि गुरु पातशाह इवें भेदभाव की नीति अपना सकते नहीं, वो साडे उत्ते जिम्मेवारी ज्यादा बन जाती भी तू मेरा सिख बने, तेरी जिम्मेवारी उन्हां नालों भी किते ज्यादा है। तू इस गल नूं फॉलो करना, इस गल नूं मनना है, तू मेरे नाल कमिटमेंट कीती है कि मैं तेरा सिख हाँ, इस करके हुण तेरे उत्ते तां इह असूल प्रॉपर लागू हो गया।
ਦੂਏ ਤੋਂ ਨਹੀਂ ਛੁੱਟ ਸਕਦਾ। ਬਾਕੀ ਭਾਵੇਂ ਦੁਨੀਆ ਮੰਨੇ ਗੱਲ, ਭਾਵੇਂ ਨਾ ਮੰਨੇ, ਪਰ ਤੂੰ ਜਦੋਂ ਸਿੱਖ ਬਣਿਆ ਕਮਿਟਮੈਂਟ ਕਰਕੇ, ਤੂੰ ਕਹਿਣਾ ਹੈ ਕਿ ਮੈਂ ਤੇਰਾ ਗੁਰੂ ਹਾਂ, ਮੈਂ ਤੁਹਾਡਾ ਸਿੱਖ ਹਾਂ, ਤਾਂ ਉਸ ਵੇਲੇ ਤੇਰੇ ਉੱਤੇ ਗੱਲ ਪਰਮਾਨੈਂਟਲੀ ਲਾਗੂ ਹੋ ਜਾਏ। ਤੈਨੂੰ ਛੋਟ ਨਹੀਂ ਹੋ ਸਕਦੀ, ਤੈਨੂੰ ਖੁੱਲ ਨਹੀਂ ਹੋ ਸਕਦੀ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਸ਼ਬਦਾਂ ਨੂੰ ਕੇਵਲ ਉਸੇ ਸੰਦਰਭ ਵਿੱਚ ਹੀ ਵੇਖਦੇ ਹਾਂ ਵੀ ਇਹ ਪੰਡਤ ਨੂੰ ਕਹੀਏ, ਇਹ ਜੋਗੀ ਨੂੰ ਕਹੀਏ, ਕਾਜ਼ੀ ਨੂੰ ਕਹੀਏ, ਉਦਾਸੀ ਨੂੰ ਕਹੀਏ, ਸੰਨਿਆਸੀ ਨੂੰ ਕਹੀ, ਮੈਨੂੰ ਥੋੜਾ ਕਹੀਏ ਮੈਂ ਤਾਂ ਸਿੱਖ ਹਾਂ, ਮੈਨੂੰ ਕੁਝ ਨਹੀਂ ਆਖਿਆ, ਮੈਨੂੰ ਸਾਰੀਆਂ ਖੁੱਲਾਂ ਨੇ। ਕੀ ਸਾਡੇ 'ਚ ਐਸੀਆਂ ਜਗ੍ਹਾ ਨਹੀਂ ਖਿਮਾ ਕਰਨਾ ਜਿੱਥੇ ਭੰਗ ਵਰਗੇ ਨਸ਼ੇ ਨੂੰ ਸੁੱਖ ਨਿਧਾਨ ਕਹਿ ਕੇ ਧਰਮ ਦੇ ਗਿਲਾਫ ਥੱਲੇ ਅਸੀਂ ਐਕਸੈਪਟ ਕਰ ਰਹੇ ਹਾਂ, ਸ਼ਰਾਬ ਵਰਗੇ ਨਸ਼ੇ ਚੜ੍ਹਦੇ ਹਨ, ਜਿੱਥੇ ਅਸੀਂ ਵੀ ਰੱਬ ਦੇ ਨਾਂ ਤੇ ਬਲੀਆਂ ਦਿੰਦੇ ਹਾਂ, ਜਿੱਥੇ ਸਾਡੇ ਅੰਦਰ ਵੀ ਬੁੱਤ ਪ੍ਰਸਤੀ ਹਾਵੀ ਹੈ, ਭਾਵੇਂ ਉਹ ਸ਼ੋਭਾ ਸਿੰਘ ਦੀ ਬਣਾਈ ਤਸਵੀਰ ਹੋਵੇ ਤੇ ਚਾਹੇ ਉਹ ਕਿਸੇ ਚਾਈਨਾ ਮੇਡ ਦੀਆਂ ਬੜੀਆਂ ਮੂਰਤੀਆਂ ਹੋਣ, ਕਿ ਅਸੀਂ ਬੁੱਤ ਪ੍ਰਸਤ ਨਹੀਂ ਹਾਂ। ਸਾਡੀ ਮਰਿਆਦਾ ਕਹਿੰਦੀ ਹੈ ਥੜਿਆਂ ਨੂੰ, ਮੰਜੀ ਦੇ ਪਾਵਿਆਂ ਨੂੰ, ਕੰਧਾਂ ਨੂੰ ਨੱਕ ਰਗੜਨੇ ਮਨਮਤ ਹੈ। ਸਾਨੂੰ ਕੋਈ ਇਹ ਦੱਸ ਦੇਵੇ ਵੀ ਇਹ ਉਹ ਦਰਖਤ ਹੈ ਜਿਸ ਨਾਲ ਗੁਰੂ ਪਾਤਸ਼ਾਹ ਨੇ ਘੋੜਾ ਬੱਧਾ ਸੀ, ਅਸੀਂ ਮੱਥਾ ਟੇਕਾਂਗੇ। ਕਿ ਇਹ ਬੁੱਤ ਪ੍ਰਸਤੀ 'ਚ ਨਹੀਂ ਆਉਂਦਾ? ਸਾਡੇ ਇੱਕ ਸੱਜਣ ਹੱਸਿਆ ਕਰਦੇ, ਕਹਿਣ ਲੱਗੇ ਅਸੀਂ ਪਤਾ ਨਹੀਂ ਇਹਨੇ ਇਸ ਗੱਲ ਨੂੰ ਇੰਨਾ ਜ਼ਿਆਦਾ ਭਾਰੀ ਭਰਕਮ ਤਰੀਕੇ ਨਾਲ ਕਿਉਂ ਲੈ ਲਿਆ। ਕਹਿਣ ਲੱਗੇ ਮਹਾਰਾਜ ਨੇ ਜੇ ਘੋੜਾ ਬੱਧਾ ਹੈ ਤੇ ਕੋਈ ਗਲਤੀ ਕੀਤੀ, ਘੋੜਾ ਖੁੱਲਾ ਥੋੜੀ ਛੱਡ ਦੇਣਾ ਸੀ, ਕਿਤੇ ਤਾਂ ਬੰਨਣਾ ਹੀ ਸੀ ਨਾ। ਤੇ ਇਹਦਾ ਮਤਲਬ ਇਹ ਥੋੜੀ ਸੀ ਵੀ ਸਿੱਖਾਂ ਨੇ ਮਗਰੋਂ ਉੱਥੇ ਗੋਲ ਕਰਾ ਕੇ ਉਹਨੂੰ ਮੱਥੇ ਹੀ ਟੇਕਣ ਲੱਗ ਜਾਣੇ। ਅਸੀਂ ਉਸ ਨੂੰ ਵੀ ਮੱਥਾ ਟੇਕ, ਸਾਨੂੰ ਬਹਾਨਾ ਚਾਹੀਦਾ ਵੀ ਆਹ ਚੀਜ਼ ਪੁਰਾਣੀ ਹੈ, ਗੁਰੂ ਸਾਹਿਬ ਦੇ ਵਕਤ ਦੇ ਅਸੀਂ ਮੱਥਾ ਟੇਕਾਂਗੇ। ਇਹ ਤਾਂ ਕੋਈ ਲੌਜਿਕ ਨਾ ਹੋਇਆ ਵੀ ਜਿਸ ਵੇਲੇ ਅਸੀਂ ਦੂਸਰਿਆਂ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਭਾਈ ਤੁਹਾਨੂੰ ਆਹ ਗੱਲ ਕਹਿੰਦਾ, ਸਾਡੇ ਗੁਰੂ ਪਾਤਸ਼ਾਹ ਨੇ ਤੁਹਾਨੂੰ ਆਹ ਸੁਨੇਹਾ ਦਿੱਤਾ, ਆਹ ਗੱਲ ਆਖੀ। ਕਾਂਸ਼ੀ ਵਿੱਚ ਜਾ ਕੇ ਗੁਰੂ ਸਾਹਿਬ ਉਹ ਗੱਲ ਕਰਦੇ ਨੇ, ਮੱਕੇ 'ਚ ਜਾ ਕੇ ਉਹ ਗੱਲ ਕਰਦੇ ਨੇ, ਪਰ ਜਿਸ ਵੇਲੇ ਗੁਰੂ ਪਾਤਸ਼ਾਹ ਦੀ ਬਣਾਈ ਹੋਈ ਆਪਣੀ ਧਰਮਸ਼ਾਲ ਵਿੱਚ ਉਹਨਾਂ ਦੇ ਸਿੱਖਾਂ ਦੀ ਗੱਲ ਹੋਵੇ, ਉਸ ਜਗ੍ਹਾ ਦੇ ਉੱਤੇ ਅਸੀਂ ਡਬਲ ਕ੍ਰੋਸਿੰਗ ਕਰਦੇ ਹਾਂ। ਅਸੀਂ ਕਹਿੰਦੇ ਨਹੀਂ ਸਾਡੇ ਵਾਸਤੇ ਗੱਲ ਨਹੀਂ, ਉਹ ਤਾਂ ਉਹਨਾਂ ਵਾਸਤੇ ਹੈ। ਖਿਮਾ ਕਰਨਾ, ਅਸੀਂ ਇਸ ਗੱਲ ਨੂੰ ਮੰਨੀਏ ਜਾਂ ਨਾ ਮੰਨੀਏ, ਕੋਈ ਵੀ ਦਲੀਲ ਦੇ ਲਈਏ, ਸਾਡੇ ਘਰਾਂ 'ਚ ਗੁਰੂ ਪਾਤਸ਼ਾਹਾਂ ਦੀਆਂ ਲੱਗੀਆਂ ਤਸਵੀਰਾਂ ਜ਼ਾਹਰ ਕਰਦੀਆਂ ਨੇ ਸਿੱਖ ਨੇ ਆਪਣੇ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ, ਬਿਲਕੁਲ ਨਹੀਂ ਮੰਨਿਆ। ਤੁਸੀਂ ਉਹਨੂੰ ਜੋ ਮਰਜ਼ੀ ਕਹਿ ਲਓ ਵੀ ਇਹਨੂੰ ਵੇਖ ਕੇ ਸਾਨੂੰ ਗੁਰੂ ਚੇਤੇ ਆਉਂਦਾ ਹੈ, ਸਾਡੇ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ, ਸਾਨੂੰ ਕਿਵੇਂ ਪਤਾ ਲੱਗੇਗਾ ਕੀ ਮਾੜਾ ਹੈ, ਅਸੀਂ ਗੁਰੂ ਹੀ ਯਾਦ ਕਰਦੇ ਹਾਂ। ਖਿਮਾ ਕਰਨਾ, ਇਹ ਸਾਡੀਆਂ ਆਪਣੀਆਂ ਘਾੜਤ ਦਲੀਲਾਂ ਨੇ, ਪਰ ਗੁਰਮਤ ਕੀ ਇਸ ਗੱਲ ਨੂੰ ਪ੍ਰਵਾਨ ਕਰਦੀ ਹੈ? ਬਿਲਕੁਲ ਨਹੀਂ। ਸਾਡੀ ਇਸ ਬਿਰਤੀ ਵੱਲ ਝਾਤ ਪਾ ਕੇ ਨਾ ਚਲਾਕ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਅੱਧੀਆਂ ਪੰਕਤੀਆਂ ਚੁਣ ਲਈਆਂ ਤੇ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਨੇ ਆਪਣੀ ਖੂਬ ਪੂਜਾ ਕਰਵਾਈ। ਇੱਕ ਸੱਜਣ ਕਹਿੰਦੇ ਸਨ, ਗੁਰ ਕੀ ਮੂਰਤ ਮਨ ਮਹਿ ਧਿਆਨ। ਕਹਿੰਦੇ ਕਿਉਂ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਤੀ ਦਾ ਧਿਆਨ ਧਰਨਾ? ਲਿਖਿਆ ਤਾਂ ਹੈ। ਜੇ ਅਸੀਂ ਆਪਣੇ ਬਾਬੇ ਦੀ ਫੋਟੋ ਰੱਖ ਲਈ ਇੱਕ ਕੁਰਸੀ ਦੇ ਉੱਤੇ, ਸੋਫੇ ਦੇ ਉੱਤੇ, ਤੇ ਉਹਨੂੰ ਮੱਥੇ ਟੇਕ ਲਿਆ, ਕੀ ਗਲਤ ਕੀਤਾ ਜੀ? ਉਹ ਸੰਗਤ ਨੂੰ ਉਹੋ ਹੀ ਪੰਕਤੀ ਸੁਣਾ ਰਹੇ ਨੇ ਜਿੰਨੀ ਕੁ ਦੇ ਨਾਲ ਉਹਨਾਂ ਦਾ ਕੰਮ ਸਰ ਜਾਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਪਰ ਉਹ ਅੱਗੇ ਨਹੀਂ ਵਧਣਗੇ ਜਿੱਥੇ ਲਿਖਿਆ ਗੁਰ ਕਾ ਸ਼ਬਦ ਮੰਤਰ ਮਨ ਮਾਨ। ਚੁਸਤੀ ਵੇਖੋ ਤੁਸੀਂ, ਇੱਕ ਪੰਕਤੀ ਨਾਲ ਉਹਨਾਂ ਦਾ ਮਸਲਾ ਹੱਲ ਹੋ ਰਿਹਾ ਸੀ, ਕੰਮ ਚੰਗਾ ਚੱਲ ਰਿਹਾ ਸੀ। ਉਹਨਾਂ ਨੇ ਵੇਖਿਆ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਿੱਖੋ ਵੇਖੋ। ਅਸੀਂ ਆਖਿਆ ਲਓ ਜੀ ਬਾਣੀ ਸੁਣਾਉਂਦੇ ਨੇ, ਬਾਣੀ ਸੁਣਾਉਂਦੇ ਨੇ ਨਾ, ਪਰ ਅਸੀਂ ਇਹ ਨਾ ਸਮਝ ਸਕੇ ਨਹੀਂ ਸਾਨੂੰ ਚੋਗਾ ਪਾ ਰਹੇ ਨੇ, ਬਾਣੀ ਦੇ ਨਾਮ ਦੇ ਉੱਤੇ ਚੋਗਾ ਪਾ ਰਹੇ। ਅੱਧੀ ਅਧੂਰੀ ਗੱਲ ਗੁਰੂ ਗ੍ਰੰਥ ਸਾਹਿਬ 'ਚੋਂ ਕਰਕੇ ਸਾਨੂੰ ਇਸ ਪਾਸੇ ਜੋੜਿਆ ਜਾ ਰਿਹਾ ਹੈ ਵੀ ਅਸੀਂ ਇਹਨਾਂ ਦੀ ਬੁੱਤ ਪ੍ਰਸਤੀ ਦੇ ਚੱਕਰ 'ਚ ਪੈ ਜਾਈਏ। ਤਾਂ ਉਹਨਾਂ ਨੂੰ ਪਤਾ ਸੀ ਜਿਹੜੇ ਆਪਣੇ ਘਰ ਵਿੱਚ ਆਪਣੇ ਹੀ ਗੁਰੂਆਂ ਦੀਆਂ ਪੂਜਦੇ ਨੇ, ਉਹ ਸਾਡੀ ਕਿਉਂ ਨਾ ਪੂਜਣਗੇ? ਇਹਨਾਂ ਲਈ ਆਪਸ਼ਨਾਂ ਤੇ ਬਹੁਤ ਨੇ ਨਾ। ਇਸ ਵਾਸਤੇ ਅਗਲੀ ਜਿਹੜੀ ਪੰਕਤੀ ਸੀ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਉਹ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਵਿਆਖਿਆ ਕਰਦੇ ਆ ਕਿ ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਸਾਨੂੰ ਅੱਧੀ ਪੰਕਤੀ ਇਹ ਸੁਣਾਈ ਗਈ ਵੀ ਚਰਨ ਸਾਧ ਕੇ ਧੋਏ ਧੋਏ ਪੀਓ। ਸਾਧ ਸੀ ਗੁਰੂ, ਗੁਰੂ ਦੇ ਚਰਨ ਕੀ ਸਨ? ਹਿਰਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਰ। ਇੱਕ ਹੋਰ ਬੇਨਤੀ ਕਰਾਂ ਵੀ ਜਿਸ ਵੇਲੇ ਕੋਈ ਕੌਮ
ਕਿਸੇ ਬੁੱਤ ਜਾਂ ਤਸਵੀਰ ਦੀ ਪੂਜਾ ਵਿਆਪਕ ਪੱਧਰ ਉੱਤੇ ਕਰਨ ਲੱਗ ਜਾਵੇ, ਇਹਦਾ ਸਭ ਤੋਂ ਵੱਡਾ ਇਫੈਕਟ ਪਤਾ ਕੀ ਪੈਂਦਾ ਹੈ? ਉਹ ਕੌਮ ਆਪਣੇ ਧਰਮ ਗ੍ਰੰਥ ਨੂੰ ਪੜ੍ਹਨਾ ਹੌਲੀ ਹੌਲੀ ਛੱਡ ਜਾਂਦੀ ਹੈ। ਜਿੰਨੀ ਉਹਦੇ ਚ ਮੂਰਤੀ ਪੂਜਾ ਆਏਗੀ ਓਨਾ ਉਹ, ਗੌਰ ਕਰਿਓ ਉਦਾਹਰਣ ਦੇ ਰਿਹਾ, ਜਿੰਨੇ ਲੋਕ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਮੱਥੇ ਟੇਕਦੇ ਨੇ ਉਹਨੇ ਲੋਕ ਗੀਤਾ ਨਹੀਂ ਪੜ੍ਹਦੇ। ਇਫੈਕਟ ਹੈ। ਜਿੰਨੇ ਲੋਕ ਮੂਰਤੀਆਂ ਨੂੰ ਮੱਥੇ ਟੇਕਦੇ ਨੇ ਵੇਦਾਂ ਦਾ ਪਾਠ ਨਹੀਂ ਕਰਦੇ। ਉਹਨਾਂ ਨੂੰ ਸਮਝ ਨਹੀਂ ਕਿ ਉਹਨਾਂ ਦੇ ਧਰਮ ਗ੍ਰੰਥ ਦੇ ਵਿੱਚ ਕੀ ਲਿਖਿਆ। ਕਿਉਂ ਪੜ੍ਹਨਗੇ ਉਹ ਜਦੋਂ ਉਹਨਾਂ ਨੂੰ ਸਭ ਕੁਝ ਰੈਡੀਮੇਡ ਮਿਲ ਰਿਹਾ? ਪੜ੍ਹਨ ਦੀ, ਸੁਣਨ ਦੀ, ਸਮਝਣ ਦੀ, ਵਿਚਾਰਨ ਦੀ ਜ਼ਰੂਰਤ ਕੀ ਹੈ? ਕਿੰਨੇ % ਲੋਕ ਹੋਣਗੇ? ਫਰਕ ਪਵੇਗਾ। ਇਸਲਾਮ ਨੇ ਇਸੇ ਕਰਕੇ ਅੱਜ ਤੱਕ ਹਜ਼ਰਤ ਸਾਹਿਬ ਦੀ ਤਸਵੀਰ ਜਾਂ ਬੁੱਤ ਤਾਂ ਬਹੁਤ ਦੂਰ ਦੀ ਗੱਲ ਹੈ, ਕਾਲਪਨਿਕ ਤਸਵੀਰ ਵੀ ਨਹੀਂ ਘੜੀ। ਕਿਉਂ? ਕਿਉਂਕਿ ਉਹਨਾਂ ਦੇ ਵਿਦਵਾਨ ਸਕਾਲਰ ਇਸ ਗੱਲ ਨੂੰ ਜਾਣਦੇ ਨੇ। ਉਹਨਾਂ ਦੀ ਤਾਂ ਸਪਸ਼ਟ ਨਿਰਣਾ ਵੀ ਜਿਸ ਦਿਨ ਅਸੀਂ ਤਸਵੀਰ ਘੜ ਦਿੱਤੀ ਨਾ, ਹਜ਼ਰਤ ਸਾਹਿਬ ਦੇ ਮੂਮਨ ਨਾ ਰਹਿ ਗਏ ਅਸੀਂ, ਤੇ ਉਸ ਦਿਨ ਕੁਰਾਨ ਦੀ ਅਹਿਮੀਅਤ ਨਹੀਂ ਰਹੇਗੀ। ਕੁਰਾਨ ਕੋਈ ਨਹੀਂ ਪੜ੍ਹੇਗਾ। ਜੋ ਕੁਰਾਨ ਚੋਂ ਇਸਲਾਮ ਵੇਖਿਆ ਜਾਂਦਾ ਹੈ, ਫਿਰ ਲੋਕ ਤਸਵੀਰ ਚੋਂ ਇਸਲਾਮ ਤੱਕਣਗੇ, ਜੋ ਉਹਨਾਂ ਨੂੰ ਮਿਲਣਾ ਨਹੀਂ। ਇਹ ਫਰਕ ਹੈ। ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸੀਂ ਤੱਕਣੀ ਸੀ, ਉਹ ਅੱਜ ਅਸੀਂ ਤਸਵੀਰ ਚੋਂ ਤੱਕ ਰਹੇ ਹਾਂ, ਜਿੱਥੋਂ ਮਿਲਣੀ ਨਹੀਂ ਸਾਨੂੰ। ਗੌਰ ਕਰਿਓ, ਕਿਉਂਕਿ ਕਲਪਨਾ ਦੇ ਆਧਾਰ ਉੱਤੇ ਬਣਾਇਆ ਹੋਇਆ ਬੁੱਤ ਜਿਹੜਾ ਹੈ ਉਹ ਤੁਹਾਨੂੰ ਸਚਾਈ ਵਾਲੇ ਪਾਸੇ ਨਹੀਂ ਲਿਜਾ ਸਕਦਾ। ਕਲਪਨਾ ਦੇ ਆਧਾਰ ਦੇ ਉੱਤੇ ਜਦੋਂ ਵੀ ਕੋਈ ਚਿੱਤਰਕਾਰ ਕੋਈ ਤਸਵੀਰ ਬਣਾਉਂਦਾ, ਪਹਿਲਾਂ ਆਪਣੇ ਦਿਮਾਗ 'ਚ ਘਾੜਤ ਘੜਦਾ ਕਿ ਕਿਹੋ ਜਿਹੀ ਹੋਵੇ। ਕੋਈ ਬੁੱਤ ਤਰਾਸ਼ਦਾ, ਪਹਿਲਾਂ ਦਿਮਾਗ 'ਚ ਬਣਦਾ, ਕਲਪਨਾ ਹੁੰਦੀ ਹੈ, ਫਿਰ ਉਹਦੇ ਬੇਸ ਉੱਤੇ ਉਹ ਉਸ ਚੀਜ਼ ਨੂੰ ਬਾਹਰੀ ਰੂਪ ਦਿੰਦਾ, ਸ਼ਕਲ ਦਿੰਦਾ। ਯਾਨੀ ਕਿ ਉਹ ਜਿੰਨੀ ਵੀ ਘਾੜਤ ਹੈ ਉਹਦੀ ਕਾਲਪਨਿਕ ਸ਼ਕਤੀ ਵਿੱਚੋਂ ਨਿਕਲੀ ਹੋਈ ਹੈ। ਤੋ ਇੱਕ ਆਦਮੀ ਦੀ ਕਲਪਨਾ ਸ਼ਕਤੀ ਦੇ ਨਾਲ ਬਣਾਈ ਹੋਈ ਮੂਰਤ ਭਗਵਾਨ ਹੋ ਗਈ। ਗੁਰੂ ਗ੍ਰੰਥ ਸਾਹਿਬ ਦਾ ਬਚਨ ਪੜ੍ਹਦੇ ਹਾਂ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ। ਕੋਈ ਪੁੱਤਰ ਆਪਣੇ ਪਿਤਾ ਦੇ ਜਨਮ ਦੀ ਕਹਾਣੀ ਜਿਹੜੀ ਹੈ ਉਹ ਐਵੀਡੈਂਸ ਤਾਂ ਦੇ ਸਕਦਾ ਲੋਕਾਂ ਤੋਂ ਸੁਣੇ ਸੁਣਾਏ, ਪਰ ਹੂਬਹੂ ਉਵੇਂ ਬਿਆਨ ਨਹੀਂ ਕਰ ਸਕਦਾ ਜਿਵੇਂ ਮਾਂ-ਬਾਪ ਆਪਣੇ ਬੱਚੇ ਦੀ ਕਹਾਣੀ ਬਿਆਨ ਕਰ ਸਕਦੇ ਨੇ। ਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਾਨੂੰ ਇਹਨਾਂ ਸਾਰੀਆਂ ਗੱਲਾਂ ਰਾਹੀਂ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਹੜਾ ਗੁਰਮਤਿ ਦਾ ਮਾਰਗ ਹੈ ਉਹ ਹੈ ਨਿਰਾਕਾਰ ਤੇ ਸਰਵ ਵਿਆਪਕ ਅਕਾਲ ਪੁਰਖ ਦੀ ਹੋਂਦ ਵਿੱਚ ਯਕੀਨ ਕਰਨਾ ਤੇ ਉਸ ਦੇ ਗੁਣਾਂ ਨੂੰ ਜੀਣਾ। ਵਿਣ ਗੁਣ ਕੀਤੇ ਭਗਤ ਨਾ। ਤੋ ਜਿੰਨਾ ਚਿਰ ਅਸੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਕੰਮ ਅਸੀਂ ਵੀ ਉਹੀ ਕਰ ਰਹੇ ਹੋਵਾਂਗੇ। ਫਰਕ ਇਹ ਵੀ ਅਸੀਂ ਆਪਣੇ ਆਪ ਨੂੰ ਸਿਆਣਾ ਦੱਸਾਂਗੇ ਤੇ ਦੂਜਿਆਂ ਨੂੰ ਕਮਲੇ ਕਹਾਂਗੇ। ਫਰਕ ਕੇਵਲ ਇੰਨਾ ਹੋਏਗਾ, ਪਰ ਕੰਮ ਸਾਡੇ ਵੀ ਉਹੀ ਹੋਣਗੇ। ਗੁਰੂ ਮਹਾਰਾਜ ਕਹਿੰਦੇ ਨੇ, ਜਿਸ ਪਾਹਣ ਕਉ ਠਾਕੁਰ ਕਹਿਤਾ, ਮਾਲਕ ਰੱਬ ਕਹਿੰਦਾ ਹੈ, ਉਹ ਪਾਹਣ ਲੈ ਉਸ ਕੋ ਡੁੱਬਤਾ। ਉਹੀ ਉਹਨੂੰ ਲੈ ਕੇ ਡੁੱਬ ਜਾਂਦਾ। ਇਹਦੇ ਵੀ ਦੋ ਭਾਵੀ ਅਰਥ ਇਹ ਨੇ ਵੀ ਇੱਕ ਤਾਂ ਅਸੀਂ ਆਮ ਸਧਾਰਨ ਜੇ ਮੁਹਾਵਰੇ 'ਚ ਕਹਿੰਦੇ ਹਾਂ ਵੀ ਤੈਨੂੰ ਇਸੇ ਚੀਜ਼ ਨੇ, ਇਸੇ ਭਰਮ ਨਹੀਂ ਲੈ ਕੇ ਡੁੱਬ ਜਾਣਾ, ਤੇ ਇੱਕ ਆਮ ਜਿਹਾ ਅਸੀਂ ਜਨ ਸਧਾਰਨ ਇਹ ਗੱਲ ਕਹਿੰਦੇ ਹਾਂ, ਜਿਵੇਂ ਬਾਣੀ ਦੇ ਵਿੱਚ ਮਹਾਰਾਜ ਨੇ ਕਿਹਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਇਆ ਸੇ ਪੂਜ ਕਰਾਹੀ, ਅੰਧੇ ਗੂੰਗੇ ਅੰਧ ਅਧਾਰ, ਪਾਥਰਲੇ ਪੂਜੈ ਮੁਗਧ ਗਵਾਰ, ਓਏ ਜਾਂ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਇਹਨੂੰ ਜੇ ਤੁਸੀਂ ਧੋਵੋ ਪਾਣੀ ਦੇ ਵਿੱਚ ਤਾਂ ਆਪ ਡੁੱਬ ਜਾਏਗਾ, ਜੇ ਤੁਹਾਡੇ ਹੱਥੋਂ ਛੁੱਟ ਜਾਏ ਤੁਹਾਨੂੰ ਕਿਵੇਂ ਤਾਰ ਸਕਦਾ। ਇੱਕ ਤਾਂ ਇਹ ਆਮ ਜਿਹਾ ਮੁਹਾਵਰਾ, ਆਮ ਜਿਹੀ ਦਲੀਲ, ਤੇ ਇਹਦਾ ਭਾਵ ਅਰਥ ਇਹ ਹੁੰਦਾ ਹੈ ਕਿ ਤੈਨੂੰ ਇਸ ਭਰਮ ਨਹੀਂ ਲੈ ਕੇ ਡੁੱਬ ਜਾਣਾ, ਇਹ ਭਰਮ ਤੈਨੂੰ ਪਾਰ ਕਰਨ ਵਾਲਾ ਨਹੀਂ। ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁੱਬਦਾ। ਗੁਨਾਹਗਾਰ, ਹੁਣ ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਕੰਮ ਨੂੰ ਗੁਨਾਹਗਾਰੀ ਦਾ ਕੰਮ ਕਹਿ ਰਹੇ ਨੇ, ਯਾਨੀ ਕਿ ਨਿਰਾਕਾਰ ਕਾਲ ਪੁਰਖ ਦਾ ਰੂਪ ਘੜਨ ਦੀ ਕੋਸ਼ਿਸ਼ ਕਰਨੀ ਇਹ ਗੁਨਾਹ ਹੈ। ਗੁਨਾਹਗਾਰ ਅੱਗੇ ਆਖਿਆ ਲੂਣ ਹਰਾਮੀ, ਸਤਿਗੁਰਾਂ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਇਹ ਗੁਨਾਹ ਹੈ, ਗੁਨਾਹਗਾਰੀ ਹੈ ਤੇ ਨਮਕ ਹਰਾਮੀ ਹੈ, ਭਾਵ ਰੱਬ ਦੇ ਕੀਤੇ ਉਪਕਾਰਾਂ ਨੂੰ ਵਿਸਾਰ ਦੇਣ ਵਾਲੀ ਗੱਲ ਹੈ। ਜੋ ਦਾਤਾਰ ਦਾਤਾਂ ਦੇ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਚਿੱਤ ਖਿਆਲ ਨਾ ਕਰਨਾ ਤੇ ਆਪਣੀ ਘਾੜਤ ਨੂੰ ਰੱਬ ਬਣਾ ਕੇ ਮੰਨਣਾ, ਇਹ ਅਹਿਸਾਨ ਫਰਾਮੋਸ਼ੀ ਹੈ, ਅਕਿਰਤ ਘਣਤਾ ਹੈ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਨਾਵ ਕਹਿੰਦੇ ਨੇ ਬੇੜੀ ਨੂੰ, ਪੱਥਰ ਕੀ ਬੇੜੀ ਚੜ੍ਹੈ ਭਾਰ ਨਾਲ ਗੁਡਾਵੇ।
कि पत्थर की बेड़ी के उत्ते सवार होके कोई पार नहीं होया अज तक, ये भरम के उत्ते सवार होके तेरा भी कोई भला नहीं होने वाला। पाहण नाव ना पार ग्रामी, गोरमेल नानक ठाकुर जाता। धन गुरु अर्जन साहब कहते हैं गुरु नूं मिल के नानक ठाकुर जाता, असी अकाल पुरख की सोझी प्राप्त की है, उसनू जानिया है, उसनू जीविया, उसके गुणा नाल जुड़े, उसका अनुभव किया, उसनू महसूस किया ते समझ ये आई जल थल महीयल पूर्ण विधाता। जल विच थल विच मही तल भाव स्पेस विच भाव हर जगह के उत्ते वो पूर्ण विधि रचन वाला हुक्म दा करता, हुक्म दा मालक अकाल पुरख वाहिगुरु आप वसिया होया है। बन तीन पर्वत है पार ब्रह्म, जिसनू महाराज कहते जल थल महीयल पूरिया स्वामी सिरजनहार, जिसनू आख्या सब मैं जोत जोत है सोए। सतगुरु आखदे गुरु दे राही इस गल की सोझी आ गई, इस करके असीं हुण इस भरम तो बाहर आ गए, इस भरम की किश्ती चों बाहर निकल आए हाँ, ताकि असीं हुण डुबण तो बच गए हाँ। ये जो ख्याल धन गुरु अर्जन साहब महाराज ने दिते ने, पहला भगत साहबाना ने भी यही गल अपनी बाणी के अंदर बड़े सुंदर अंदाज के शब्दों के साडे नाल सांझी कीती है। एक श्लोक जिस विच कबीर साहब जी ये गल कहंदे ने कि पुजारी ने दो चीज़ां लोकां दे हवाले कीतियां ने, एक तां अपना बनाया होया ही कानून ते दूसरा पत्थर की पूजा। उन्होंने उन्होंने कहा भी दो चीज़ां साडी सोसाइटी लिए बड़ियां घातक सिद्ध होईयां, ये उन्हों का ख्याल है। क्योंकि पिछोकड़ तो लैके कबीर साहब जी ने अपने समय तक जदों झात मारी है कि साडी मुल्क की त्रासदी का कारण की रहा, कि असीं मेहनती नहीं हाँ, कि साडे उत्ते रब की कोई करोपी है। असी पीढ़ी दर पीढ़ी सदियां तो यह मुल्क गुलामी भोग रहे, दुख सह रहे, वंड है, बेईमानी है, धक्का है, फरेब, इन्ना कुछ साडे विच है, साडी सोसाइटी च, साडे आले दुआले, साडे मुल्क विच, साडी धरती ते दा कारण की हो सकता है। उन्होंने यही गल कही पाहन बोरी पिरथमी, कि जिहड़ियां दो चीज़ां सानू पुजारी ने दित्तियां न, अपने बनाए सिमरतियां दे विधान ते पत्थर की पूजा, इन्हें सानू कखां तो हौले करके रख दिता है। सामने जालम आ रहा सी सानू गुलाम बनाउण लई, ओदी गिणती की सी, ओदी गिणती कितनी सी, साडा सारा मुल्क खड़ा सी, पर असी सिर सुट के बह गए कि जो करेगा ये भगवान ही करेगा, ये भगवान ही करेगा। मुहम्मद लतीफ ने अपनी पुस्तक विच लिखिया है, जिस वेले सोमनाथ का मंदिर महमूद गजनवी लुट रहा सी और पुजारियों को कतल कर रहा सी, लोग अपन छत्तां दे उत्ते खलो के वेख रहे सन। वेखो की रहे सन, वो एक दूजे नूं कह रहे सन बस हुणे ही कोई शक्ति अगम्मी पैदा होएगी मंदिर दे विचों ते इन्हां मलेशियां दा नाश कर देगी। वो इस आस विच ही बनेरियां ते खलोते वेखदे रहे, मंदिर भी लुटिया गया, पुजारी भी कतल होए, ये सारा कुछ करन वाले सुख सुखावी अपने मुल्क विच भी चले गए, पर कोई शक्ति पैदा ना हुई। यानी कि गुलाम बना देने वास्ते पुजारी ने पूरा प्रबंध कर रखा सी, और उसे पुजारी नूं ये सारा कुछ झलना भी पिया। गुरु महाराज ने इसे करके क्या, अकाल पुरख की जोत सबना दे विच है, जे तुसी हिम्मत दृढ़ता का त्याग कर दोगे तो गुलाम होने वास्ते तुसी तैयार हो जाओ। गुरु पातशाह सानू जीवत अकाल पुरख की होंद नाल जोड़िया, इसे करके ही सिख तारीख जिहड़ी है वो इनकलाब की तारीख है। उहदे विच ना जुल्म करन नूं प्रधानता है ते ना जुल्म सहण नूं कोई मानता है। उहदे च है भै काहू को देत ने न पैमानता, जियो ते जीण दिओ, ये फलसफा है गुरमत दा। उते हिम्मत मरदा मदद खुदा दा जिहड़ा संकल्प है भी उद्यम मत प्रभ अंतर जामी ज्यों प्रेरित करना, उद्यम करो करावो ठाकुर, उद्यमशील मत है। अरदास ते करनी है पर हिम्मत लैण वास्ते, दृढ़ता वास्ते, यतन का त्याग नहीं हुंदा। ये फलसफा है धन गुरु नानक साहब जी की सिੱਖੀ का। गुरु पातशाह रहमत करन जो उपदेश हजूर ने अपने पावन शब्द विच सानू दिता है, असी उसनूं कमा सकीए, जी सकीए। होईयां भुल्लां चुकां दी खिमा धन गुरु ग्रंथ साहब महाराज बख्शण सबना दा धन्नवाद। फतेह बुलाओ। वाहिगुरू जी का खालसा, वाहिगुरू जी की फतेह।